ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਨਵਾਂ ਸਾਲ ਚੜ੍ਹਿਆ ਆ। ਅਰਦਾਸ ਕਰਦੇ ਹਾਂ ਪਰਮ ਪਿਤਾ ਪਰਮਾਤਮਾ ਅੱਗੇ ਕਿ ਸਾਰਿਆਂ ਨੂੰ ਪੂਰੀ ਲੋਕਾਈ ਲਈ ਪੂਰੇ ਵਰਲਡ ਦੇ ਵਿੱਚ ਪੀਸ, ਸੁੱਖ, ਸ਼ਾਂਤੀ ਤੇ ਹਰ ਬੰਦਾ ਚੜ੍ਹਦੀ ਕਲਾ ਵਿੱਚ ਰਹੇ। ਮੇਰੇ ਵੱਲੋਂ ਅਦਾਰਾ ਜਸ ਪੰਜਾਬੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ। ਦਰਸ਼ਕੋ, ਜਿੱਥੇ ਆਪਾਂ ਸੁੱਖ ਮੰਗਦੇ ਹਾਂ ਆਪਾਂ ਕਿ ਆਉਣ ਵਾਲਾ ਵਕਤ, ਆਉਣ ਵਾਲਾ ਸਾਲ ਵਧੀਆ ਚੜ੍ਹੇ, ਆਉਣ ਵਾਲੇ ਮਹੀਨੇ ਵਧੀਆ ਹੋਣ, ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ, ਉੱਥੇ ਹੀ ਜਦੋਂ ਜੰਗ ਲੱਗੀ ਹੋਵੇ ਆਪਾਂ ਦੇਖ ਰਹੇ ਹਾਂ ਕਿ ਕਿੰਨਾ ਵਕਤ ਬੀਤ ਗਿਆ। ਰਸ਼ੀਆ ਅਤੇ ਯੂਕਰੇਨ ਦੀ ਜਿਹੜੀ ਜੰਗ ਹੈ ਉਹ ਕਿਤੇ ਤਣ ਪੱਤਣ ਨਹੀਂ ਲੱਗ ਰਹੀ, ਕੋਈ ਗੱਲ, ਕੋਈ ਸਿੱਟਾ ਨਹੀਂ ਨਿਕਲ ਰਿਹਾ, ਪਰ ਮਰ ਕੌਣ ਰਹੀ, ਲੋਕਾਈ ਮਰ ਰਹੀ ਹੈ। ਹਾਲੇ ਆਪਾਂ ਕਰੋਨਾ ਵਾਇਰਸ ਤੋਂ ਉੱਭਰ ਕੇ ਦੁਨੀਆ ਹਾਲੇ ਬਾਹਰ ਨਹੀਂ ਸੀ ਆਈ, ਕਿਉਂਕਿ ਹਰ ਚੀਜ਼ ਦੀ ਸ਼ੋਰਟੇਜ, ਵੱਧਦੀ ਹੋਈ ਮਹਿੰਗਾਈ, ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਕਿੰਨਾ ਕੁਛ ਜਿਹੜਾ ਪਿੱਛੇ ਪੈ ਗਿਆ ਸੀ ਦੁਨੀਆ ਤੋਂ, ਉਹ ਹਾਲੇ ਪੈਰਾਂ ਸਿਰ ਆਏ ਨਹੀਂ ਸੀ ਅਤੇ ਰਸ਼ੀਆ ਯੂਕਰੇਨ ਦੀ ਵਾਰ ਚਿੜ ਗਈ। ਹੁਣ ਤੁਹਾਡੇ ਸਾਹਮਣੇ ਹੈ ਕਿ ਜੇ ਆਪਾਂ ਇੱਥੇ ਦੇਖੀਏ ਇੰਡੀਅਨ ਸਟੋਰਾਂ ਦੇ ਉੱਤੇ ਆਟਾ ਜਿਹੜਾ ਉਹਦੀ ਸ਼ੋਰਟੇਜ ਚੱਲ ਰਹੀ ਹੈ ਔਰ ਭਾਅ ਦੁੱਗਣੇ ਹੋ ਗਏ। ਅਫਕੋਰਸ ਜਦੋਂ ਸ਼ੋਰਟੇਜ ਆਏਗੀ ਭਾਅ ਤਾਂ ਵਧਣਗੇ ਹੀ। ਜੇ ਆਪਾਂ ਦੇਖ ਲਈਏ ਦੁਨੀਆ ਦੇ ਵਿੱਚ 5ਵਾਂ ਜਾਂ 6ਵੇਂ ਸਥਾਨ 'ਤੇ ਹੈ ਰਸ਼ੀਆ ਅਤੇ ਯੂਕਰੇਨ ਕਣਕ ਦੀ ਪੈਦਾਵਾਰ 'ਚ। ਪਿਛਲੇ ਕੁਛ ਮਹੀਨਿਆਂ 'ਚ 35% ਤੋਂ ਵੱਧ ਕਣਕ ਦਾ ਜਿਹੜਾ ਮੁੱਲ ਹੈ ਉਹਦੇ ਉੱਤੇ ਇਜ਼ਾਫਾ ਹੋਇਆ। ਹੁਣ ਆਪਾਂ ਇਕੱਲਾ ਕਣਕ ਨੂੰ ਲੈ ਕੇ ਤਾਂ ਪ੍ਰੋਗਰਾਮ ਨਹੀਂ ਕਰ ਸਕਦੇ, ਇਕੱਲਾ ਕਣਕ ਨੂੰ ਲੈ ਕੇ ਤਾਂ ਆਪਾਂ ਜਿਹੜੀ ਚਿੰਤਾ ਨਹੀਂ ਨਾ ਕਰ ਸਕਦੇ। ਆਪਾਂ ਗੱਲ ਕਰਨੀ ਕਿ ਉਹ ਜਿਹੜੀ ਜੰਗ ਲੱਗੀ ਹੋਈ ਆ, ਜਿਹੜੀ ਲੋਕਾਈ ਮਰ ਰਹੀ ਆ, ਆਪਾਂ ਉਹ ਕਿਤੇ ਨਾ ਕਿਤੇ ਉਸ ਪਰਮ ਪਿਤਾ ਪਰਮਾਤਮਾ ਮੁਰੇ ਅਰਦਾਸ ਕਰੀਏ ਕਿ ਇਹ ਕਿਤੇ ਨਾ ਕਿਤੇ ਇਹਨੂੰ ਜੰਗ ਨੂੰ ਜਿਹੜਾ ਵਿਰਾਮ ਲੱਗੇ, ਲੋਕ ਹੱਸੀ ਖੁਸ਼ੀ ਜਿਹੜੇ ਆ ਆਪਦੇ ਘਰਾਂ 'ਚ ਰਹਿ ਸਕਣ, ਕਮਾ ਸਕਣ, ਖਾ ਸਕਣ, ਫੁੱਲ ਵੱਧ ਸਕਣ। ਅਤੇ ਆਪਾਂ ਇਹ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ, ਜੇ ਜਾਰੀ ਰਹੀ ਜੰਗ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹਾਲਾਤ ਕਿੱਦਾਂ ਦੇ ਹੋਣਗੇ। ਹਾਲਾਂਕਿ ਕਰੋਨਾ ਮਹਾਂਮਾਰੀ ਵੀ ਦੁਬਾਰਾ ਪੈਰ ਪਸਾਰ ਰਹੀ ਹੈ। ਸੀਨੀਅਰ ਐਕਟਿਵਿਸਟ ਨੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਹੋਏ ਇਸ ਚੀਜ਼ 'ਤੇ ਚਾਤ ਪਾਉਣ ਨੂੰ। ਮਨਦੀਪ, ਤੁਹਾਡਾ ਬਹੁਤ ਬਹੁਤ ਸਵਾਗਤ ਜਸ ਪੰਜਾਬੀ ਦੇ ਉੱਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਤੁਹਾਡੇ ਚੈਨਲ ਰਾਹੀਂ ਸੁਣ ਰਹੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਤੁਸੀਂ ਟਾਈਮ ਕੱਢਿਆ। ਮਨਦੀਪ, ਅੱਜ ਫਸਟ ਆਫ ਆਲ ਮੈਨੂੰ ਇਹ ਦੱਸੋ ਕਿ ਜਿਹੜਾ ਇਹ ਆ ਇਹ ਜੰਗ ਜਿਹੜੀ ਆ ਵੱਧਦੀ ਜਾ ਰਹੀ ਹੈ। ਹਾਲਾਂਕਿ ਬੜੇ ਲੋਕ ਆ ਜਿਹੜੇ ਬੜੀ ਚੀਜ਼ਾਂ ਅਰਦਾਸਾਂ ਚੱਲ ਰਹੀਆਂ ਦੋਨੋਂ ਪਾਸੋਂ, ਉਹਦੇ ਵਿੱਚੋਂ ਹੀ ਤਾਂ ਇਹ ਅੱਡ ਇੱਕ ਬੋਲੀ ਆ, ਜਿੱਦਾਂ ਆਪਣੀ ਤਾਂ ਪਾਕਿਸਤਾਨ ਦੇ ਵਿੱਚੋਂ ਹੀ ਧਰਤੀ ਤੋਂ ਅੱਡ ਹੋਏ ਆ। ਪਰ ਉਹ ਪਤਾ ਨਹੀਂ ਕਿਹੜੀ ਈਗੋ ਲੈ ਕੇ ਤੇ ਤੁਸੀਂ ਇਹਨੂੰ ਜਿਹੜਾ ਲੰਮਾ ਖਿੱਚ ਰਿਹਾ, ਇਹਦੇ ਉੱਤੇ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਜੰਗ ਲੱਗੀ ਨੂੰ ਅੱਜ 313 ਦਿਨ ਹੋ ਚੁੱਕੇ, ਤੇ ਇਹ ਜੰਗ ਇੰਨੀ ਲੰਬੀ ਚੱਲ ਜੂ, ਇਸ ਗੱਲ ਦਾ ਅੰਦਾਜ਼ਾ ਨਾ ਤਾਂ ਯੂਕਰੇਨ ਨੂੰ ਸੀ, ਨਾ ਰਸ਼ੀਆ ਨੂੰ, ਤੇ ਨਾ ਹੀ ਅਮਰੀਕਾ ਨੂੰ, ਤੇ ਦੁਨੀਆ ਦੇ ਬਾਕੀ ਮੁਲਕਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ। ਇੱਕ ਵੱਡੀ ਗੱਲ ਇਹ ਹੈਗੀ ਵੀ ਇਹਦੀ ਪਿੱਠ ਭੂਮੀ ਦੇ ਵਿੱਚ ਕਾਫੀ ਚੀਜ਼ਾਂ ਜੁੜੀਆਂ ਹੋਈਆਂ ਨੇ। ਜਿਹੜੀ ਤਾਜ਼ਾ ਜੰਗ ਲੱਗੀ ਹੈਗੀ ਆ 2022 ਦੇ ਵਿੱਚ, ਫਰਵਰੀ ਮਹੀਨੇ ਦੇ ਵਿੱਚ, ਇਹਦਾ ਆਧਾਰ ਪਹਿਲਾਂ ਹੀ ਕਾਇਮ ਹੋ ਚੁੱਕਿਆ ਸੀ। ਇੱਕ ਤਾਂ ਇਹ ਹੈਗਾ ਵੀ ਇਤਿਹਾਸਕ ਤੌਰ ਤੇ ਯੂਕਰੇਨ ਜਿਹੜਾ ਹੈਗਾ ਉਹ ਕਿਸੇ ਵਕਤ ਰਸ਼ੀਆ ਦਾ ਹਿੱਸਾ ਹੁੰਦਾ ਸੀ। 1991 ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਤਾਂ 14 ਮੁਲਕ ਜਿਹੜੇ ਹੈਗੇ ਆ ਉਹ ਸੋਵੀਅਤ ਯੂਨੀਅਨ ਤੋਂ ਵੱਖਰੇ ਹੋ ਕੇ ਇੱਕ ਆਜ਼ਾਦ ਦੇਸ਼ ਬਣ ਕੇ ਉੱਭਰੇ ਸੀ। ਤਾਂ ਉਸ ਵਕਤ ਦੁਨੀਆ ਦੇ ਵਿੱਚ ਜਿਹੜੀ ਇੱਕ ਵੱਡੀ ਪਾਵਰ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ, ਉਹ ਅਮਰੀਕਾ ਹੀ ਸੀ। ਅਮਰੀਕਾ ਦੇ ਮੁਕਾਬਲੇ ਜੇ ਤੋਂ ਪਹਿਲਾਂ ਰਸ਼ੀਆ ਹੈਗਾ ਸੀ, ਤਾਂ ਉਸ ਤੋਂ ਬਾਅਦ ਜਿਹੜੀ ਨਿਊਕਲੀਅਰ ਪਾਵਰ ਸੀ ਉਹ ਅਮਰੀਕਾ ਸੀ। ਥੋੜ੍ਹੇ ਜਿਹੇ ਦਿਨਾਂ ਬਾਅਦ ਜਾਂ ਥੋੜ੍ਹੇ ਜਿਹੇ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਜਿਹੜਾ ਹੈਗਾ ਰਸ਼ੀਆ ਵੀ ਇੱਕ ਨਿਊਕਲੀਅਰ ਪਾਵਰ ਬਣ ਕੇ ਉੱਭਰ ਰਿਹਾ ਸੀ। ਤੇ ਉਸ ਦੌਰਾਨ, ਉਸ ਸਮੇਂ ਤੋਂ ਲੈ ਕੇ ਜਿਹੜਾ ਅਮਰੀਕਾ ਹੈਗਾ ਉਹ ਇਹਦੇ ਦੁਆਲੇ ਘੇਰਾਬੰਦੀ ਕਰਦਾ ਆ ਰਿਹਾ ਸੀ ਰੂਸ ਦੇ। ਆਪਦੇ 14 ਨੈਟੋ ਕੰਟਰੀਆਂ ਦਾ ਜਿਹੜਾ ਪ੍ਰਭਾਵ ਉਹਨੇ ਰਸ਼ੀਆ ਦੇ ਆਲੇ ਦੁਆਲੇ ਬਣਾਇਆ ਹੈਗਾ, ਉਹ ਇਸ ਗੱਲ 'ਚੋਂ ਬਣਾਇਆ ਸੀ ਵੀ ਇਹਨੂੰ ਵਪਾਰਕ ਤੌਰ ਤੇ ਫੌਜੀ ਤੌਰ ਦੇ ਉੱਤੇ ਜਿਹੜੀ ਚੁਣੌਤੀ ਆ ਰਸ਼ੀਆ ਨੂੰ ਉਹ ਦੇਣੀ ਆ, ਇੱਕ ਵੱਡੀ ਟੱਕਰ ਦੇਣੀ ਆ। ਇੱਕ ਤਾਂ ਉਹ ਚੱਲ ਰਿਹਾ ਸੀ। ਦੂਸਰਾ, ਇਹਦੇ ਨਾਲ ਜਿਹੜੀ ਘਟਨਾ ਵਾਪਰੀ ਹੈਗੀ ਆ ਉਹ ਇਹ ਹੈਗੀ ਆ ਵੀ 2004 ਤੱਕ ਜਿਹੜਾ ਯੂਕਰੇਨ ਸੀ, ਯੂਕਰੇਨ ਦੇ ਵਿੱਚ ਜਿਹੜੇ ਹਾਕਮ ਸੀ ਉਹ ਰੂਸ ਪੱਖੀ ਸੀ, ਰੂਸ ਨਾਲ ਮਿਲ ਕੇ ਚੱਲਦੇ ਸੀ, ਉਹਦੀਆਂ ਨੀਤੀਆਂ ਨਾਲ ਸਹਿਮਤ ਸੀ। ਪਰ 2004 ਤੋਂ ਬਾਅਦ ਜਿਹੜੀ ਸਰਕਾਰ ਆਈ ਹੈ ਉਹ ਕਿਤੇ ਨਾ ਕਿਤੇ ਉਹ ਤਾਂ ਇਹਨਾਂ ਸਮਿਆਂ ਦੇ ਦੌਰਾਨ ਹੀ ਅਮਰੀਕਾ ਜਿਹੜਾ ਹੈਗਾ ਉਹ ਜ਼ਿਆਦਾ ਸਤਰਕ ਹੋਇਆ ਵੀ ਅਸੀਂ ਯੂਕਰੇਨ ਨੂੰ ਜਿਹੜਾ ਹੈਗਾ ਨੈਟੋ ਦਾ ਹਿੱਸਾ ਬਣਾਉਣਾ। ਤਾਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀਗਾ ਰੂਸ ਨੂੰ ਲੱਗਦਾ ਸੀ ਵੀ ਮੇਰੇ ਗੁਆਂਢ ਦੇ ਵਿੱਚ ਆ ਕੇ ਫੌਜੀ ਅੱਡੇ ਸਥਾਪਿਤ ਕਰੂ, ਉਹਨੂੰ ਵੱਡੀ ਚੁਣੌਤੀ ਲੱਗਦਾ ਸੀ ਵਪਾਰਕ ਤੌਰ ਤੇ ਵੀ ਤੇ ਫੌਜੀ ਤੌਰ ਤੇ ਵੀ। ਇਸ ਕਰਕੇ
ਉਸ ਸਮੇਂ ਤੋਂ ਬਾਅਦ ਜਿਹੜਾ ਰੂਸ ਵੀ ਹੈਗਾ ਉਹ ਵੀ ਚੁੱਪ ਚਪੀਤੇ ਲਗਾਤਾਰ ਯੂਕਰੇਨ ਤੇ ਰੂਸ ਦੀ ਸਰਹੱਦ ਉਹਨੂੰ ਇਕੱਠੇ ਕਰਨਾ ਉਹਨੂੰ ਸ਼ੁਰੂ ਕਰਤਾ। ਤਾਂ ਇਹਦੇ ਵਿੱਚ ਜਿਹੜਾ 2022 ਦੀ ਜੰਗ ਦੇ ਵਿੱਚ ਜ਼ਿਆਦਾ ਇੱਕਦਮ ਤੇਜ਼ੀ ਨਾਲ ਘਟਨਾਵਾਂ ਵਾਪਰਨ ਦੇ ਪਿੱਛੇ ਕਾਰਨ ਇਹ ਵੀ ਹੈ ਵੀ 2014 ਦੇ ਵਿੱਚ ਯੂਕਰੇਨ ਦਾ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਕ੍ਰਾਈਮੀਆ ਦਾ ਹਿੱਸਾ, ਕਿਉਂਕਿ ਉਹ ਬਲੈਕ ਸੀ ਦੇ ਨਾਲ ਲੱਗਦਾ ਵਪਾਰਕ ਤੌਰ ਤੇ ਬਹੁਤ ਮਹੱਤਵਪੂਰਨ ਆ, ਤਾਂ ਇਹਦੇ ਉੱਤੇ ਕਬਜ਼ਾ ਕਰ ਲਿਆ ਸੀ ਰੂਸ ਨੇ। ਤਾਂ ਅਮਰੀਕਾ ਨੂੰ ਇੱਕ ਇਹ ਬਹਾਨਾ ਵੀ ਬਣਿਆ ਸੀ ਵੀ ਜਿਹੜਾ ਰੂਸ ਹੈਗਾ ਉਹ ਯੂਕਰੇਨ ਦੇ ਖਿੱਤਿਆਂ ਦੇ ਉੱਤੇ ਮੁੜ ਕਬਜ਼ਾ ਕਰਨ ਦੀ ਨੀਤੀ ਵੱਲ ਨੂੰ ਚੱਲ ਰਿਹਾ। ਦੂਸਰਾ ਵੱਡਾ ਕਾਰਨ ਇਹ ਸੀ ਇਹਦੇ ਪਿੱਛੇ ਕਿ ਤੇਲ ਦੀ ਜੰਗ ਆਪਾਂ ਸ਼ੁਰੂ ਤੋਂ ਦੇਖਦੇ ਹਾਂ ਵੀ ਪਿਛਲੇ ਸਮੇਂ ਚਾਹੇ ਉਹ ਇਰਾਕ ਦੀ ਵਾਰ ਹੋਵੇ, ਚਾਹੇ ਲੀਬੀਆ ਦੀ ਹੋਵੇ, ਚਾਹੇ ਵੈਨਜ਼ੂਏਲਾ ਦੇ ਵਿੱਚ 2002 ਦੇ ਵਿੱਚ ਹੋਵੇ, ਤਾਂ ਤੇਲ ਦੀ ਜੰਗ ਜਿਹੜੀ ਹੈਗੀ ਆ ਸਦਾ ਹੀ ਅਮਰੀਕਾ ਵੱਲੋਂ ਲੱਗਦੀ ਰਹੀ ਆ। ਤਾਂ ਇਸ ਜੰਗ ਦੇ ਪਿੱਛੇ ਇੱਕ ਵੱਡਾ ਫੈਕਟਰ ਜਿਹਦੀ ਇੱਕ ਤਾਂ ਨੈਟੋ ਦੇ ਵਿੱਚ ਸ਼ਾਮਲ ਕਰਨਾ ਯੂਕਰੇਨ ਨੂੰ, ਦੂਜਾ ਵੱਡਾ ਫੈਕਟਰ ਇਹ ਸੀ ਕਿ ਓਪੇਕ ਦੇ ਕੰਟਰੀਆਂ ਨੂੰ ਕਹਿ ਕੇ ਅਮਰੀਕਾ ਨੇ ਇਹ ਕੀਤਾ ਕਿ ਤੁਸੀਂ ਤੇਲ ਦੀ ਪ੍ਰੋਡਕਸ਼ਨ ਘਟਾ ਕੇ ਤੇਲ ਦੀਆਂ ਕੀਮਤਾਂ ਜਿਹੜੀਆਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆ ਉਹ ਵੇਚਣਾ ਚਾਹੁੰਦਾ ਸੀ ਅਮਰੀਕਾ। ਤਾਂ ਯੂਐਸ ਲਈ ਇਹ ਵੱਡੀ ਪ੍ਰੋਬਲਮ ਆ, ਕਿਉਂਕਿ ਜਿਹੜੀ ਯੂਐਸ ਦੀ ਵਿਧੀ ਹੈਗੀ ਆ ਜਿਹੜੀ ਤੇਲ ਪ੍ਰੋਡਕਸ਼ਨ, ਤੇਲ ਦੀ ਪੈਦਾਵਾਰ ਦੀ ਜਿਹੜੀ ਇਹਨਾਂ ਦੀ ਹੈਗੀ ਆ ਉਹ ਬਹੁਤ ਮਹਿੰਗੀ ਪੈਂਦੀ ਆ ਇਹਨਾਂ ਨੂੰ। ਤੇ ਜੇ ਵਰਲਡ ਮਾਰਕੀਟ ਦੇ ਵਿੱਚ ਇਹਨਾਂ ਨੇ ਤੇਲ ਮਹਿੰਗਾ ਵੇਚਣਾ ਤਾਂ ਇਹਨਾਂ ਦਾ ਮੋਨੋਪੋਲੀ ਹੈਗੀ ਆ ਵੀ ਅਸੀਂ ਜਿਹੜੇ ਦੂਜੇ ਕੰਟਰੀ ਆ ਉਹ ਪ੍ਰੋਡਕਸ਼ਨ ਨੂੰ ਥੱਲੇ ਲੈ ਕੇ ਆਉਣ, ਲੋਕਾਂ 'ਚ ਡਿਮਾਂਡ ਵਧੇ ਤੇ ਅਸੀਂ ਤੇਲ ਦੀਆਂ ਕੀਮਤਾਂ ਵਧਾਈਏ। ਤਾਂ ਇਸ ਗੱਲ ਤੋਂ ਓਪੇਕ ਦੇ ਕੰਟਰੀ ਅਮਰੀਕਾ ਦੇ ਨਾਲ ਸਹਿਮਤ ਹੋ ਗਏ ਸੀ ਤੇ ਰਸ਼ੀਆ ਜਿਹੜਾ ਹੈਗਾ ਉਹ ਇਹ ਤੋਂ ਨਾਬਰ ਹੋ ਗਿਆ ਸੀ। ਤਾਂ ਰਸ਼ੀਆ ਨੇ ਇਹ ਕਹਿਤਾ ਸੀ ਕਿ ਅਸੀਂ ਜਿਹੜੇ ਤੇਲ ਦੀ ਪ੍ਰੋਡਕਸ਼ਨ ਘਟਾਉਣ ਦੀ ਬਜਾਏ ਉਹਨੇ ਹੋਰ ਵਧਾਤੀ, ਜਿਹਦਾ ਕਰਕੇ ਵਰਲਡ ਮਾਰਕੀਟ ਦੇ ਵਿੱਚ ਤੇਲ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਥੱਲੇ ਨੂੰ ਜਾ ਰਹੀਆਂ ਸੀ ਤੇ ਇਹ ਅਮਰੀਕਾ ਲਈ ਇੱਕ ਚੁਣੌਤੀ ਸੀ, ਉਹਦੇ ਟ੍ਰੇਡ ਦੇ ਲਈ, ਪੂਰੇ ਵਰਲਡ ਟ੍ਰੇਡ ਦੇ ਲਈ ਚੁਣੌਤੀ ਖੜੀ ਸੀ। ਤਾਂ ਇਹ ਦੋਨਾਂ ਗੱਲਾਂ ਨੂੰ ਲੈ ਕੇ ਅਮਰੀਕਾ ਨੇ ਯੂਕਰੇਨ ਨੂੰ ਮੂਹਰੇ ਲਾ ਕੇ ਇਸ ਖਿੱਤੇ ਦੇ ਅੰਦਰ ਜਿਹੜੀ ਹੈਗੀ ਦਖਲਅੰਦਾਜ਼ੀ ਕਰਕੇ ਇੱਕ ਜੰਗ ਵਾਲਾ ਮਾਹੌਲ ਪੈਦਾ ਕਰਤਾ ਸਿੱਧਾ। ਹੁਣ ਆਪਾਂ ਨੂੰ ਇਹ ਸਾਰਾ ਨੂੰ ਪਤਾ ਵੀ ਨਾ ਤਾਂ ਅਮਰੀਕਾ ਦਾ ਇਹ ਕੋਈ ਮਕਸਦ ਨਹੀਂ ਹੈ ਕਿ ਯੂਕਰੇਨ ਦੇ ਲੋਕਾਂ ਦੀ ਬੰਦ ਖਲਾਸੀ ਜਾਂ ਉਹਨਾਂ ਦੀ ਆਜ਼ਾਦੀ ਲਈ ਜਾਂ ਉਹਨਾਂ ਦੀ ਮੁਕਤੀ ਦੇ ਲਈ ਕੋਈ ਜੰਗ ਨਹੀਂ ਲੜੀ ਜਾ ਰਹੀ, ਤੇ ਨਾ ਹੀ ਇਹ ਕੋਈ ਮਨੁੱਖਤਾ ਦੀ ਭਲਾਈ ਲਈ ਜੰਗ ਲੜੀ ਜਾ ਰਹੀ ਆ। ਇਹ ਸਿਰਫ ਰੂਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ, ਉਹਦਾ ਵਰਲਡ ਦੇ ਵਿੱਚ ਟ੍ਰੇਡ ਘੱਟ ਕਰਨ ਦੇ ਲਈ, ਖਾਸ ਕਰਕੇ ਜਿਹੜਾ ਯੂਰਪ ਦੇ ਨਾਲ ਉਹਦਾ ਟ੍ਰੇਡ ਚੱਲਦਾ ਹੈਗਾ, ਕਿਉਂਕਿ ਬਹੁਤ ਸਾਰੇ ਜਿਹੜੇ એનર્ਜੀ ਦੇ ਸੋਰਸ ਹੈਗੇ ਨੇ, ਚਾਹੇ ਉਹ ਤੇਲ ਆ ਚਾਹੇ ਗੈਸ ਆ, ਉਹ ਜਿਹੜਾ ਹੈਗਾ ਈਸਟ ਹੈ, ਸੈਂਟਰਲ ਈਸਟ ਹੈਗਾ, ਸਾਊਥ ਈਸਟ ਹੈਗਾ, ਇਹਦੇ ਬਹੁਤ ਸਾਰੇ ਮੁਲਕ ਜਿਹੜੇ ਹੈਗੇ ਆ ਉਹ ਰਸ਼ੀਆ ਦੇ ਕੋਲੋਂ ਤੇਲ ਤੇ ਤੇਲ ਦੇ ਹੋਰ ਜਿਹੜੇ ਪਦਾਰਥ ਹੈਗੇ ਆ ਜਾਂ ਗੈਸ ਹੈਗੀ ਉਹ ਹਾਸਲ ਕਰਦੇ ਆ। ਤਾਂ ਇਹ ਮੰਡੀ ਜਿਹੜੀ ਹੈਗੀ ਆ ਯੂਰਪ ਦੀ, ਇਹ ਮੰਡੀ ਅਮਰੀਕਾ ਲਈ ਬਹੁਤ ਫਾਇਦੇਮੰਦ ਆ। ਅਮਰੀਕਾ ਨੂੰ ਇਹ ਲੱਗਦਾ ਕਿ ਜੇ ਅਸੀਂ ਸਰਹੱਦੀ ਤਣਾਅ ਪੈਦਾ ਕਰ ਦੇਵਾਂਗੇ ਦੋ ਮੁਲਕਾਂ ਦੇ ਵਿਚਕਾਰ ਤਾਂ ਇਹ ਮੰਡੀ ਸਾਡੇ ਲਈ ਵਿਹਲੀ ਹੋ ਜੂ, ਤੇ ਇਹ ਮੰਡੀ ਜਿਹੜੀ ਹੈਗੀ ਆ ਅਸੀਂ ਰੂਸ ਦੇ ਉੱਤੇ ਬਹਾਨੇ ਨਾਲ ਸੈਂਕਸ਼ਨਸ ਲਾ ਕੇ, ਉਹਦੇ ਉੱਤੇ ਆਰਥਿਕ ਨਾਕਾਬੰਦੀਆਂ ਲਾ ਕੇ ਅਸੀਂ ਇਹਦੇ ਵਿੱਚ ਆਪਦਾ ਟ੍ਰੇਡ ਜਿਹੜਾ ਹੈਗਾ ਆਉਣਲੇ ਸਮੇਂ 'ਚ ਵਧਾਵਾਂਗੇ। ਮਨਦੀਪ, ਤੁਸੀਂ ਗੱਲ ਕੀਤੀ ਤੇਲ ਦੀ, ਤੇ ਅਮਰੀਕਾ ਇਹਦੇ ਵਿੱਚ ਸਫਲ ਵੀ ਰਿਹਾ। ਹਾਂਜੀ, ਤੁਸੀਂ ਗੱਲ ਕੀਤੀ ਜਦੋਂ ਨੇ ਯੂਕਰੇਨ, ਹਾਂਜੀ ਤੁਸੀਂ ਗੱਲ ਕੀਤੀ ਤੇਲ ਦੀ, ਆਪਾਂ ਉੱਤੇ ਵੀ ਆਉਣੇ ਆ, ਪਰ ਸਾਰ ਤੋਂ ਵੱਡੀ ਜਿਹੜੀ ਗੱਲ ਮਨਦੀਪ ਸਿੰਘ ਜੀ ਉਹ ਹੁੰਦੀ ਆ ਕਿ ਆ ਜਿਹੜੀ ਕਣਕ ਨੂੰ, ਇਹ 5ਵੇਂ ਵੱਡੇ ਦੇਸ਼ ਨੇ ਦੁਨੀਆ ਦੇ ਵਿੱਚ ਕਣਕ ਦੀ ਪੈਦਾਵਾਰ ਵਾਸਤੇ, ਦੋਨੇ ਯੂਕਰੇਨ ਤੇ ਰਸ਼ੀਆ। ਨਾ ਮੈਨੂੰ ਨਹੀਂ ਪਤਾ ਤੁਹਾਡੇ ਕੈਨੇਡਾ ਦੇ ਵਿੱਚ, ਇੱਥੇ ਜਿਹੜੀ ਆ ਆਟੇ ਦੀ ਕੀਮਤ ਵੀ ਵੱਧ ਗਈ ਤੇ ਸ਼ੋਰਟੇਜ ਵੀ ਆਉਣੀ ਸ਼ੁਰੂ ਕਰ ਗਈ। ਹਾਲਾਂਕਿ ਅਮਰੀਕਾ ਕੋਲ ਕਣਕ ਦਾ ਕੋਈ ਘਾਟਾ ਨਹੀਂ ਹੈ, ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਹਿੱਟ ਤਾਂ ਕਰ ਰਹੀਆਂ ਨਾ। ਤਾਂ ਜੇ ਐਡੀ ਦੂਰ ਬੈਠੇ ਆਪਾਂ 10 ਦੇ ਬਜਾਏ 20 ਖਰਚ ਰਹੇ ਆ, ਆਪਾਂ ਉਹ ਸੰਤਾਪ 'ਚ ਰਹੇ, ਜਿਹੜੇ ਵਿਚਾਰੇ ਉੱਥੇ ਰਹਿ ਰਹੇ ਆ ਉਹਨਾਂ ਦਾ ਕੀ ਹਾਲ ਹੋਇਆ ਹੋਊਗਾ? ਉਹਨਾਂ ਨੂੰ ਵੀ ਅਕਸਰ ਕਣਕ ਤੋਂ ਪ੍ਰੋਡਕਟ, ਬੇਕਰੀ ਪ੍ਰੋਡਕਟ ਸਭ ਕੁਝ ਬਣਦੇ ਆ, ਤੇ ਉਸ ਚੀਜ਼ ਬਾਰੇ ਤੁਸੀਂ ਕੀ ਕਹੋਗੇ ਕਿ ਆਉਣ ਵਾਲਾ ਵਕਤ ਕਿੱਦਾਂ ਦਾ ਹੋਊਗਾ? ਦੇਖੋ, ਇਸ ਗੱਲ ਨੇ ਜਿਹੜੀ ਦੋ ਗੱਲਾਂ ਦੇ ਵਿੱਚ ਮਹੱਤਵਪੂਰਨ ਨੇ। ਇੱਕ ਤਾਂ ਇਹ ਹੈਗਾ ਕਿ ਯੂਕਰੇਨ ਜੰਗ ਕਰਕੇ ਦੁਨੀਆ ਦੇ ਵਿੱਚ ਮਹਿੰਗਾਈ ਵਧੀ ਆ ਜਾਂ ਮਹਿੰਗਾਈ ਕਰਕੇ ਯੂਕਰੇਨ ਜੰਗ ਲੱਗੀ ਆ। ਇਹ ਸਵਾਲ ਬਹੁਤ ਮਹੱਤਵਪੂਰਨ ਆ। ਕਈ ਵਾਰੀ ਇਹਨਾਂ ਮੁਲਕਾਂ ਵੱਲੋਂ ਇਹ ਬਣਾ ਦਿੱਤਾ ਜਾਂਦਾ ਕਿ ਯੂਕਰੇਨ ਜੰਗ ਕਰਕੇ ਮਹਿੰਗਾਈ ਵਧ ਗਈ। ਜਿਹੜਾ ਪੱਛਮੀ ਮੀਡੀਆ ਉਹ ਇਹ ਪ੍ਰਚਾਰ ਕਰਦਾ ਵੀ ਯੂਕਰੇਨ ਜੰਗ ਲੱਗੀ ਆ ਤਾਂ ਇਹ ਮਹਿੰਗਾਈ ਵਧੀ ਆ, ਜਦ ਕਿ ਇਹ ਗੱਲ ਥੋੜੀ ਜਿਹੀ ਡਿਪਲੋਮੈਟਿਕ ਆ, ਇਹਨੂੰ ਸਮਝਣ ਦੀ ਲੋੜ ਹੈ। ਇਨਫਲੇਸ਼ਨ ਜੇ ਪੂਰੇ ਵਰਲਡ ਦੇ ਵਿੱਚ ਵਧੀ ਆ, ਉਹਦੇ ਹੋਰ ਬਹੁਤ ਸਾਰੇ ਕਾਰਨ ਨੇ, ਪਰ ਇਸ ਯੂਕਰੇਨ ਵਾਰ ਨੇ ਉਹਨੂੰ ਹੋਰ ਵੱਧ ਟ੍ਰਿਗਰ ਕੀਤਾ, ਕਿਉਂਕਿ ਇਹਦੇ ਵਿੱਚ ਜਿਹੜੇ ਤੁਸੀਂ ਅਨਾਜ ਦੀ ਜਾਂ ਕਣਕ ਦੀ ਗੱਲ ਕੀਤੀ ਆ, ਇਹਦੇ 'ਚ ਵੀ ਇਕੱਲੇ
ਜੀ ਯੂਕਰੇਨ ਜੰਗ ਹੀ ਜ਼ਿੰਮੇਵਾਰ ਨਹੀਂ ਹੈ ਇਹਦੇ ਵਿੱਚ। ਇੱਕ ਤਾਂ ਜਿਹੜਾ ਪੂਰੇ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਅੰਦਰ ਪ੍ਰੋਡਕਸ਼ਨ, ਜਿਵੇਂ ਭਾਰਤ ਦੇ ਵਿੱਚ ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਫਸਲਾਂ ਦੀ ਝਾੜ ਘਟ ਗਈ, ਮਿਡਲ ਈਸਟ ਦੇ ਅੰਦਰ ਜਿਹੜਾ ਹੈਗਾ ਐਗਰੀਕਲਚਰ ਸੈਕਟਰ ਦੇ ਵਿੱਚ ਪ੍ਰੋਡਕਸ਼ਨ ਘਟ ਗਈ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਡਕਸ਼ਨ ਘਟੀ ਹੈ, ਤੇ ਫੂਡ ਦਾ ਕ੍ਰਾਈਸਿਸ ਓਵਰਆਲ ਵਰਲਡ ਕ੍ਰਾਈਸਿਸ ਆ। ਤੇ ਉਹ ਫੂਡ ਦਾ ਕ੍ਰਾਈਸਿਸ ਕਰਕੇ ਇੱਕ ਤਾਂ ਜਿਹੜੇ ਫੂਡ ਪ੍ਰੋਡਕਟਸ ਨੇ ਉਹਨਾਂ ਦੇ ਪ੍ਰਾਈਸ ਜਿਹੜੇ ਹੈਗੇ ਨੇ ਉਹ ਜ਼ਿਆਦਾ ਵਧੇ ਨੇ। ਦੂਸਰਾ ਇਹ ਹੈ ਵੀ ਜਿਹੜਾ ਇਹਦਾ 30% ਹਿੱਸਾ ਹੈਗਾ ਯੂਕਰੇਨ ਦਾ, ਕਿਉਂਕਿ ਯੂਕਰੇਨ ਦੇ ਵਿੱਚ ਸਿੱਧੀ ਜੰਗ ਲੱਗ ਰਹੀ ਹੈ ਉਸ ਧਰਤੀ ਦੇ ਅੰਦਰ, ਤਾਂ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਅਨਾਜ ਆ ਉਹ ਅਣਬੀਜਿਆ ਤੇ ਅਣਕੱਟਿਆ ਫਸਲਾਂ ਰਹਿ ਗਈਆਂ, ਤੇ ਉਹਦਾ ਕਰਕੇ ਵੀ ਇੱਕ ਜਿਹੜੀ ਕਮੀ ਆ ਜਾਂ ਤੋਟ ਆ ਜਿਹੜੀ ਅਨਾਜ ਦੀ ਉਹ ਆਈ ਆ। ਤੇ ਦੂਜੇ ਪਾਸੇ ਦੇ ਨਾਲ ਵੱਡੀ ਗੱਲ ਇਹ ਆ ਕਿ ਜਦੋਂ ਵੀ ਕੋਈ ਮਾਹੌਲ ਜੰਗ ਵਰਗਾ ਜਾਂ ਕਿਸੇ ਵੀ ਦੇਸ਼ ਦੇ ਅੰਦਰ ਕੋਈ ਗੜਬੜ ਪੈਦਾ ਹੁੰਦੀ ਆ ਤਾਂ ਲਾਜ਼ਮੀ ਗੱਲ ਆ ਨਾਲ ਕ੍ਰਾਈਮ ਵੀ ਵੱਧਦੇ ਆ, ਜ਼ਖੀਰੇਬਾਜ਼ ਵੀ ਜਿਹੜੇ ਹੈਗੇ ਆ ਉਹ ਵੀ ਸਰਗਰਮ ਹੁੰਦੇ ਆ, ਸੱਟੇਬਾਜ਼ ਵੀ ਸਰਗਰਮ ਹੁੰਦੇ ਆ। ਤਾਂ ਇਸ ਦੌਰ ਦੇ ਅੰਦਰ ਇਹ ਵੀ ਹੋਇਆ ਵੀ ਬਹੁਤ ਵੱਡੇ ਹਿੱਸੇ ਨੇ ਵਪਾਰੀਆਂ ਨੇ ਇਹ ਕੀਤਾ ਵੀ ਜ਼ਖੀਰੇਬਾਜ਼ੀ ਕੀਤੀ ਆ, ਤੋਟ ਪੈਦਾ ਕੀਤੀ ਹੈ, ਜਾਲੀ ਤੋਟ ਪੈਦਾ ਕਰਕੇ ਜਿਹੜੀਆਂ ਡਿਮਾਂਡ ਜਦੋਂ ਮਾਰਕੀਟ ਦੇ ਵਿੱਚ ਕਿਸੇ ਚੀਜ਼ ਦੀ ਵੱਧਦੀ ਆ ਤਾਂ ਲੋਕ ਫਿਰ ਮਹਿੰਗੇ ਭਾਅ ਦੇ ਉੱਤੇ ਵੀ ਚੀਜ਼ਾਂ ਖਰੀਦਦੇ ਨੇ। ਤਾਂ ਇਹ ਜ਼ਖੀਰੇਬਾਜ਼ੀ ਮੋਨੋਪੋਲੀ ਜਿਹੜੀ ਹੈਗੀ ਆ ਤੇਲ ਦੀਆਂ ਕੀਮਤਾਂ ਦੇ ਉੱਤੇ ਮੋਨੋਪੋਲੀ, ਇੱਕ 2022 ਦੇ ਸ਼ੁਰੂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਵੀ ਪੂਰੇ ਵਰਲਡ ਦੇ ਵਿੱਚ ਕੱਚੇ ਤੇਲ ਪਦਾਰਥਾਂ ਦੀਆਂ ਕੀਮਤਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਕਮੀ ਆਈ, ਪਰ ਦੁਨੀਆ ਭਰ ਦੇ ਵਿੱਚ ਜਿਹੜਾ ਤੇਲ ਆ ਉਹ ਮਹਿੰਗਾ ਵਿਕ ਰਿਹਾ ਸੀ। ਇਹਦੇ ਬਾਵਜੂਦ ਵੀ ਤੇਲ ਦੀਆਂ ਕੀਮਤਾਂ, ਕੱਚੇ ਤੇਲ ਦੀਆਂ ਕੀਮਤਾਂ 'ਚ ਘਟ ਰਹੀਆਂ ਸੀ ਪਰ ਉਹ ਮਹਿੰਗਾ ਵਿਕ ਰਿਹਾ ਸੀ। ਉਹਦਾ ਕਾਰਨ ਵੀ ਇਹੀ ਹੈਗਾ ਵੀ ਇਹਨਾਂ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ, ਤੇਲ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ, ਇਸੇ ਤਰ੍ਹਾਂ ਜਿਹੜੇ ਫੂਡ ਪ੍ਰੋਡਕਟਸ ਨੇ ਇਹਦੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ, ਇਹ ਜੰਗ ਦੀ ਮਹਿੰਗਾਈ ਦੇ ਹੇਠ ਇੱਕ ਜਾਲੀ ਜਿਹੜਾ ਤੋਟ ਪੈਦਾ ਕਰਕੇ, ਜਿਹਨੂੰ ਇਹ ਕਹਿੰਦੇ ਨੇ ਵੀ ਸਪਲਾਈ ਸਾਈਡ ਦੀ ਪ੍ਰੋਬਲਮ ਆ, ਕੱਲੀ ਸਪਲਾਈ ਸਾਈਡ ਦੀ ਪ੍ਰੋਬਲਮ ਨਹੀਂ ਹੈ, ਉਹਦੇ ਉੱਤੇ ਇੱਕ ਮੋਨੋਪੋਲੀ ਵੀ ਹੈ। ਮੋਨੋਪੋਲੀ ਨਾਲ ਉਹ ਮੋਨੋਪੋਲੀ ਦਿਖਾ ਕੇ ਤੇਲ ਦੀਆਂ ਕੀਮਤਾਂ ਦੇਖੋ, ਉਹਨਾਂ ਦਾ ਮਕਸਦ ਮੰਡੀ ਦਾ ਇੱਕੋ ਮਕਸਦ ਆ, ਮੰਡੀ ਦਾ ਮਕਸਦ ਮਾਨਵਤਾ ਜਾਂ ਮਨੁੱਖਤਾ ਨਹੀਂ ਹੁੰਦਾ, ਮੰਡੀ ਦਾ ਮਕਸਦ ਹੁੰਦਾ ਮੁਨਾਫੇ ਕਮਾਉਣਾ, ਤੇ ਉਹ ਅਣਮਨੁੱਖੀ ਤਰੀਕੇ ਨਾਲ ਵੀ ਮੁਨਾਫੇ ਕਮਾ ਸਕਦੀਆਂ ਹੁੰਦੀਆਂ। ਇਸ ਕਰਕੇ ਜਿਹੜਾ ਅਨਾਜ ਦਾ ਸੰਕਟ ਆ ਉਹ ਵੀ ਇਸ ਗੱਲ ਦਾ ਸਿੱਟਾ ਕਿ ਬਹਾਨਾ ਯੂਕਰੇਨ, ਕਿਉਂਕਿ ਰਸ਼ੀਆ ਨੂੰ ਭੰਡਣ ਦੇ ਲਈ ਕਿ ਰਸ਼ੀਆ ਦੇਖੋ ਜੀ ਉਹ ਜੰਗੀ ਅਪਰਾਧੀ ਆ ਪੁਤਿਨ, ਤੇ ਉਹ ਜੰਗ ਲੱਗੀ ਹੋਈ ਹੈ, ਇਸ ਕਰਕੇ ਦੁਨੀਆ ਸਾਰਾ ਕੁਝ ਫੇਸ ਕਰ ਰਹੀ ਆ। ਇਹਦੇ ਪਿੱਛੇ ਜਿਹੜੀਆਂ ਸੰਸਾਰ ਦੀਆਂ ਵੱਡੀਆਂ ਤਾਕਤਾਂ ਨੇ, ਚਾਹੇ ਯੂਐਸ ਆ, ਚਾਹੇ ਚਾਈਨਾ, ਚਾਹੇ ਰਸ਼ੀਆ, ਇਹ ਸਾਰੇ ਬਰਾਬਰ ਦੇ ਹਿੱਸੇਦਾਰ ਨੇ। ਤੁਸੀਂ ਆ ਬੜਾ ਵਧੀਆ ਕਿਹਾ, ਜਿਹੜੇ ਸਟੋਰੀਏ ਹੁੰਦੇ, ਬੜੇ ਵਧੀਆ ਐਗਜ਼ਾਮਪਲ ਦਿੱਤੀ ਤੁਸੀਂ ਕਿ ਸਟੋਰੀਏ ਕਿਸੇ ਚੀਜ਼ ਦਾ ਫਾਇਦਾ ਚੱਕ ਕੇ ਸਟੋਰ ਕਰਕੇ ਕੀਮਤ ਕਿੱਦਾਂ ਵਧਾਉਂਦੇ, ਉਹ ਵੀ ਹਾਲਾਤ ਬਿਲਕੁਲ ਬਣੇ ਹੋਏ ਹੈਗੇ ਆ। ਆਪਾਂ ਮੁੜ ਕੇ ਤੇਲਾਂ ਤੇ ਵੀ ਆਉਨੇ ਆ, ਤਾਂ ਉਸ ਤੋਂ ਬਾਅਦ ਇਹ ਜੰਗ ਬੰਦੀ ਕਿੱਦਾਂ ਹੋਊਗੀ ਉੱਤੇ ਵੀ ਉਹਨੂੰ ਰੋਕਣੇ ਪੈ ਰਿਹਾ। ਇੱਕ ਛੋਟੀ ਜਿਹੀ ਬ੍ਰੇਕ ਲਈ ਮਨਦੀਪ ਸਿੰਘ ਜੀ ਬਹੁਤ ਵਧੀਆ ਤੁਸੀਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ। ਹੁਣ ਆਪਾਂ ਜੇ ਗੱਲ ਕਰੀਏ ਸ਼ਾਇਦ ਉਸੇ ਸੰਦਰਭ 'ਚ ਢੁੱਕਦੀ ਵੀ ਵਧੀਆ ਆ, ਜਿੱਦਾਂ ਤੁਸੀਂ ਕਿਹਾ ਸੀਗਾ ਕਿ ਉਹ ਕਹਿੰਦੇ ਹੁੰਦੇ ਨਾ ਕੰਬਲ ਮੈਨੂੰ, ਮੈਂ ਤਾਂ ਕੰਬਲ ਨੂੰ ਛੱਡਦਾ ਪਰ ਕੰਬਲ ਮੈਨੂੰ ਨਹੀਂ ਛੱਡਦਾ, ਜਿਹੜਾ ਪੰਜਾਬੀ ਦੇ ਵਿੱਚ ਇੱਕ ਮੁਹਾਵਰਾ ਵੀ ਹੈਗਾ ਆ। ਹੁਣ ਖਾਸ ਕਰਕੇ ਪਿਛਲੇ 5-6 ਦਿਨਾਂ ਦੀਆਂ ਜਿਹੜੀਆਂ ਗਤੀਵਿਧੀਆਂ, ਜਿਹੜੇ ਟਾਕਸ ਆ ਰਹੇ ਆ ਪੁਤਿਨ ਦੇ ਤੇ ਉੱਧਰੋਂ ਜ਼ੈਲੈਂਸਕੀ ਦੇ, ਕਿ ਉਹ ਜੰਗਬੰਦੀ ਕਰਨਾ ਚਾਹੁੰਦੇ ਆ ਕਿਉਂਕਿ ਲੱਕ ਟੁੱਟ ਜਾਂਦਾ। ਤੁਸੀਂ ਦੇਖਿਓ ਤਕੜੇ ਤੋਂ ਤਕੜਾ ਘਰ ਵੀ ਜੇ ਲੜਨ ਲੱਗ ਜਾਏ ਤਾਂ ਚੂੜਾ ਹਿੱਲ ਜਾਂਦੀਆਂ ਹੁੰਦੀਆਂ ਇੰਨੇ ਟਾਈਮ 'ਚ। ਪਰ ਉਹ ਇਹ ਸਟੇਟਮੈਂਟਾਂ ਕਈ ਮਹੀਨਿਆਂ ਦੇ ਰਹੇ ਆ, ਜੰਗਬੰਦੀ ਕਿਉਂ ਨਹੀਂ ਹੋ ਰਹੀ? ਮਤਲਬ ਕੋਈ ਬਾਹਰਲੀ ਚੀਜ਼ ਕੰਮ ਕਰ ਰਹੀ ਹੈ, ਕੀ ਚੱਕਰ ਕੀ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੰਗ ਦੇ ਵਿੱਚ ਇੱਕ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਇਹ ਜੰਗ ਲੱਗੀ ਆ ਤਾਂ ਲੋਕ ਬਹੁਤ ਸਾਰੇ ਜਿਹੜੇ ਮਾਹਰ ਨੇ ਉਹਨਾਂ ਦਾ ਇਹ ਮੰਨਣਾ ਸੀ ਕਿ ਯੂਕਰੇਨ ਦੀ ਜੰਗ ਜਿਹੜੀ ਹੈਗੀ ਆ ਰਸ਼ੀਆ ਬਹੁਤ ਹੀ ਸਹਿਜੇ ਜਿੱਤ ਲੂਗਾ। ਤੇ ਅੱਜ ਵੀ ਜੇ ਰੂਸ ਨੇ ਬਹੁਤ ਹੀ ਤਕੜਾ ਇੱਕ ਮਿਲਟਰੀ ਅਟੈਕ ਕਰਨਾ ਹੋਵੇ ਤਾਂ ਉਹ ਜੰਗ ਆਰ ਪਾਰ ਦੀ ਕਰਕੇ ਕਾਫੀ ਉਹਦੇ ਘਾਤਕ ਸਿੱਟੇ ਨਿਕਲ ਸਕਦੇ ਆ। ਉਹਦੇ ਰਸ਼ੀਆ ਦੀ ਇਹ ਹਿੱਤ ਨਹੀਂ ਹੈਗੇ ਕਿ ਉਹ ਯੂਕਰੇਨ ਦੇ ਲੋਕਾਂ ਨੂੰ ਇਸ ਹੱਦ ਤੱਕ ਮਾਰੇ, ਕਿਉਂਕਿ ਉਹਦੇ ਕਲਚਰਲੀ ਸੱਭਿਆਚਾਰਕ ਤੌਰ ਤੇ ਉਹ ਲੋਕ ਜਿਹੜੇ ਹੈਗੇ ਆ ਉਹਦਾ ਪਾਰਟੀ ਹੈ ਰੂਸ ਦਾ। ਇਸ ਕਰਕੇ ਉਹ ਬਹੁਤ ਲੰਬਾ ਲੈ ਕੇ ਚੱਲ ਰਹੇ ਆ। ਪਰ ਇਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਖਾਸ ਕਰਕੇ 11ਵੇਂ ਤੇ 12ਵੇਂ ਮਹੀਨੇ ਦੇ ਅੰਦਰ, ਸਤੰਬਰ ਤੇ ਦਸੰਬਰ ਦੇ ਅੰਦਰ ਚੀਜ਼ਾਂ ਨਾਟਕੀ ਤਰੀਕੇ ਨਾਲ ਬਦਲ ਗਈਆਂ। ਇੱਕ ਤਾਂ ਇਹ ਹੈ ਕਿ ਜਿਹੜਾ ਅਮਰੀਕਾ ਹੈਗਾ ਉਹ ਜੰਗ ਬੰਦੀ ਚਾਹੁੰਦਾ ਹੈਗਾ, ਉਹ ਨਹੀਂ ਚਾਹੁੰਦਾ ਕਿ ਜਿਹੜੀ ਯੂਕਰੇਨ ਜੰਗ ਆ ਉਹ ਹੋਰ ਬਹੁਤ ਲੰਬੀ ਖਿੱਚੀ ਜਾਵੇ, ਕਿਉਂਕਿ ਉਹਦੀ ਬਗਲ ਦੇ ਵਿੱਚ ਬੈਠਾ ਹੋਇਆ ਚੀਨ ਜਿਹੜਾ ਉਹਦਾ ਮੁੱਖ ਦੁਸ਼ਮਣ ਆ। ਅੱਜ ਪੂਰੇ ਵਰਲਡ ਦੇ ਵਿੱਚ ਜੇ ਕੋਈ ਵੱਡਾ ਦੁਸ਼ਮਣ ਹੈਗਾ ਜਿਹੜਾ ਟੱਕਰ ਦਿੰਦਾ ਹੈਗਾ ਅਮਰੀਕਾ ਨੂੰ, ਉਹ ਚੀਨ ਆ। ਤਾਂ ਉਹ ਚੀਨ ਜਿਹੜਾ ਪਿਛਲੇ ਸਮੇਂ ਦੇ ਵਿੱਚ ਵਿਸਤਾਰ ਕਰ ਰਿਹਾ, ਚਾਹੇ ਉਹ ਲੈਟਿਨ ਅਮਰੀਕਨ ਕੰਟਰੀਆਂ ਦੇ ਵਿੱਚ ਹੋਵੇ, ਚਾਹੇ ਮਿਡਲ ਈਸਟ ਦੇ ਅੰਦਰ ਹੋਵੇ, ਚਾਹੇ ਏਸ਼ੀਆ ਦੇ ਵਿੱਚ,
ਤੇ ਇਹ ਉਹਦੇ ਲਈ ਬਹੁਤ ਵੱਡੀ ਚੁਣੌਤੀ ਹੈ ਅਮਰੀਕਾ ਲਈ ਕਿ ਜਿਹੜਾ ਚੀਨ ਦਾ ਪ੍ਰਭਾਵ ਉਹ ਲਗਾਤਾਰ ਵੱਧ ਰਿਹਾ। ਉਹ ਅਮਰੀਕਾ ਚਾਹੁੰਦਾ ਹੈਗਾ ਕਿ ਇਹ ਜੰਗ ਜਿਹੜੀ ਹੈਗੀ ਆ ਹੁਣ ਉਹ ਚੀਨ ਵੱਲ ਨੂੰ ਖਿਸਕਾਈ ਜਾਵੇ, ਚੀਨ ਵੱਲ ਹੋ ਜੇ। ਇਸ ਕਰਕੇ ਉਹ ਤਾਇਵਾਨ ਤੇ ਚੀਨ ਦਾ ਜਿਹੜਾ ਸਰਹੱਦੀ ਵਿਵਾਦ ਆ, ਭਾਰਤ ਤੇ ਚੀਨ ਦਾ ਸਰਹੱਦੀ ਵਿਵਾਦ ਆ, ਫਿਲੀਪੀਨਸ ਦੇ ਅੰਦਰ ਜਿਹੜਾ ਉਹਦਾ ਫੌਜੀ ਅੱਡਾ, ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਦੁਆਲੇ ਕੇਂਦਰਿਤ ਕਰਨ ਵੱਲ ਨੂੰ ਸਿੱਧਤ ਹੋ ਗਿਆ। ਇਸ ਕਰਕੇ ਬਾਈਡਨ ਜਿਹੜਾ ਪ੍ਰਸ਼ਾਸਨ ਹੈਗਾ ਉਹ ਲਗਾਤਾਰ ਆਪਦੇ ਅਧਿਕਾਰੀਆਂ ਨੂੰ ਭੇਜ ਰਿਹਾ ਹੈਗਾ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੂੰ ਮਿਲਣ ਲਈ, ਤੇ ਉਹਨੂੰ ਇਹ ਕਹਿ ਰਿਹਾ ਹੈ ਕਿ ਤੂੰ ਗੱਲਬਾਤ ਦੇ ਜ਼ਰੀਏ ਇਸ ਜੰਗ ਨੂੰ ਖਤਮ ਕਰਨ ਵੱਲ ਨੂੰ ਤੁਸੀਂ ਵਧੋ। ਦੂਸਰੇ ਪਾਸੇ ਜਿਹੜਾ ਰਸ਼ੀਆ ਹੈਗਾ ਉਹਦੇ ਲਈ ਵੱਡੀਆਂ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ ਤੇ ਸੈਂਕਸ਼ਨਸ ਲੱਗੀਆਂ ਹੋਣ ਕਰਕੇ ਮੈਂ ਕੱਲ ਹੀ ਦੇਖ ਰਿਹਾ ਸੀਗਾ ਕਿ ਬਰਤਾਨੀਆ ਨੇ ਫਿਰ ਹੋਰ ਬਹੁਤ ਸਾਰੀਆਂ ਸੈਂਕਸ਼ਨਸ ਜਿਹੜੀਆਂ ਹੈਗੇ ਨੇ ਜਾਂ ਬਹੁਤ ਸਾਰਾ ਜਿਹੜਾ ਇੰਪੋਰਟ ਐਕਸਪੋਰਟ ਦਾ ਕਾਰੋਬਾਰ ਸੀ ਉਹ ਬੰਦ ਕਰਤਾ ਉਹਦੇ ਨਾਲ। ਤਾਂ ਰੂਸ ਨੂੰ ਵੀ ਇਹਦਾ ਕਿਤੇ ਨਾ ਕਿਤੇ ਨਤੀਜਾ ਭੁਗਤਣਾ ਪੈ ਰਿਹਾ। ਇਸ ਕਰਕੇ ਰੂਸ ਵੀ ਚਾਹੁੰਦਾ, ਪੁਤਿਨ ਨੇ ਵੀ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਜ਼ੈਲੈਂਸਕੀ ਵੀ ਕਿਤੇ ਨਾ ਕਿਤੇ ਇਸ ਗੱਲ ਲਈ ਰਾਜੀ ਅੰਦਰ ਖਾਤੇ। ਰੂਸ ਦੇ ਲਈ ਇਹ ਹੈਗਾ ਕਿਉਂਕਿ ਰੂਸ ਨੇ ਸਭ ਤੋਂ ਮਹੱਤਵਪੂਰਨ ਖਿੱਤਾ ਜਿਹੜਾ ਹੈਗਾ ਉਹ ਜਿਹੜਾ ਬਲੈਕ ਸੀ ਦੇ ਨਾਲ ਲੱਗਦਾ ਹੋਇਆ ਜਿਹੜਾ ਵਪਾਰਕ ਤੌਰ ਤੇ ਉਹਦੇ ਲਈ ਮਹੱਤਵਪੂਰਨ, ਉਹਨੇ ਆਲਰੇਡੀ ਆਪਦਾ ਹਾਸਲ ਕਰ ਲਿਆ। ਇੱਕ ਉਹਨੇ ਬਫਰ ਜ਼ੋਨ ਵਿੱਚ ਖੜਾ ਕਰ ਲਿਆ ਜਿਹਦਾ ਕਰਕੇ ਉਹਨੂੰ ਹੁਣ ਕੋਈ ਬਹੁਤੀ ਲੋੜ ਨਹੀਂ ਲੱਗਦੀ ਕਿ ਪੂਰੇ ਯੂਕਰੇਨ ਨੂੰ ਆਪਦੇ ਕਬਜ਼ੇ ਦੇ ਵਿੱਚ ਲੈ ਕੇ ਜਾਵੇ। ਦੂਸਰੀ ਗੱਲ, ਦੁਨੀਆ ਭਰ ਦੇ ਅੰਦਰ ਲੋਕਾਂ ਦੇ ਵਿੱਚ ਵਿਰੋਧ ਬਹੁਤ ਬਣ ਰਿਹਾ ਹੈਗਾ ਕਿਉਂਕਿ ਇਨਫਲੇਸ਼ਨ ਵੱਧ ਰਹੀ ਆ। ਇਨਫਲੇਸ਼ਨ ਵਧਣ ਕਰਕੇ ਯੂਰਪ ਦੇ ਅੰਦਰ ਵੀ ਕ੍ਰਾਈਸਿਸ ਖੜਾ ਹੋ ਰਿਹਾ। ਯੂਰਪ ਦੇ ਲੋਕ ਜਿਹੜੇ ਹੈਗੇ ਆ ਯੂਰਪੀਅਨ ਹਕੂਮਤਾਂ ਦੇ ਖਿਲਾਫ ਖੜੇ ਹੋ ਰਹੇ ਹੈਗੇ ਆ। ਅਮਰੀਕਾ ਦੇ ਲੋਕ ਵੀ ਚਾਹੁੰਦੇ ਆ ਕਿ ਮਹਿੰਗਾਈ ਸਾਡੇ ਲਈ ਵੱਡੀ ਸਮੱਸਿਆ ਹੈਗੀ ਆ, ਯੂਕਰੇਨ ਜੰਗ ਵੱਡੀ ਦਿੱਕਤ ਨਹੀਂ ਹੈ ਉਹਨਾਂ ਲੋਕਾਂ ਲਈ। ਇਸ ਕਰਕੇ ਜਿਹੜਾ ਇੱਕ ਇੰਟਰਨੈਸ਼ਨਲੀ ਦਬਾਅ ਪੈ ਰਿਹਾ ਤੇ ਉਹਦੇ ਨਾਲ ਨਾਲ ਹੀ ਜਿਹੜਾ ਗਲੋਬਲ ਇਕਨੋਮਿਕ ਕ੍ਰਾਈਸਿਸ ਖੜਾ ਹੋ ਰਿਹਾ ਪੂਰੇ ਵਰਲਡ ਦੇ ਅੰਦਰ, ਇਹਨਾਂ ਹਾਲਤਾਂ ਨੂੰ ਦੇਖ ਕੇ ਜਿਹੜੀ ਯੂਕਰੇਨ ਤੇ ਰਸ਼ੀਆ ਵਾਰ ਹੈਗੀ ਆ ਇਹ ਬਹੁਤ ਨਰਮ ਜਾਂ ਆਪਾਂ ਇਹ ਕਹਿ ਦਈਏ ਵੀ ਧੀਮੀ ਗਤੀ ਨਾਲ ਚੱਲ ਰਹੀ ਆ। ਬਹੁਤ ਹੀ ਤਿੱਖੇ ਹਮਲੇ ਜਿਹੜੇ ਹੈਗੇ ਦੋਨਾਂ ਮੁਲਕਾਂ ਵੱਲੋਂ ਇੱਕ ਦੂਜੇ ਤੇ ਉਸ ਰੂਪ ਦੇ ਵਿੱਚ ਜਿਹੜੇ ਵੱਡੀ ਮਨੁੱਖੀ ਤਬਾਹੀ ਦਾ ਕਾਰਨ ਬਣਦੇ ਉਹ ਨਹੀਂ ਹੋ ਰਹੇ। ਤੇ ਇਹ ਜੰਗ ਜਿਹੜੀ ਹੈਗੀ ਲੋਕਾਂ ਦੇ ਸਵਾਲ ਹੈ ਵੀ ਕੌਣ ਜਿੱਤੂ ਇਸ ਜੰਗ ਦੇ ਵਿੱਚ। ਤਾਂ ਆਖਿਰਕਾਰ ਇਹ ਜੰਗ ਜਿਹੜੀ ਹੈਗੀ ਗੱਲਬਾਤ ਦੇ ਰਾਹੀਂ ਇੱਕ ਨਾ ਇੱਕ ਦਿਨ ਜਿਹੜੀ ਹੈਗੀ ਉਹ ਖਤਮ ਹੋ ਜਾਣੀ ਹੈਗੀ ਆ। ਇਹ ਕੋਈ ਆਰ ਪਾਰ ਦੀ ਲੜਾਈ ਜਾਂ ਕੋਈ ਥਰਡ ਵਰਲਡ ਵਾਰ ਵਾਲੀ ਕੋਈ ਹਾਲਤ ਇਹਦੇ ਵਿੱਚੋਂ ਨਹੀਂ ਨਿਕਲਣ ਵਾਲੀ ਜਿਹੜੇ ਕਿ ਇੱਕ ਪੈਦਾ ਹੋ ਰਹੇ ਹੈ ਇਹ ਜੇ ਸਨਸਨੀਖੇਜ਼ ਚੀਜ਼ਾਂ ਕਿ ਇਹ ਮਤਲਬ ਬਹੁਤ ਸਾਰੀ ਜੰਗ ਜਿਹੜੀ ਹੈਗੀ ਥਰਡ ਵਰਲਡ ਵਾਰ ਵੱਲ ਨੂੰ ਬਾਜੂ। ਇਸ ਤਰ੍ਹਾਂ ਦਾ ਕੁਝ ਨਹੀਂ ਹੋਊਗਾ। ਇਹ ਜੰਗ ਜਿਹੜੀ ਹੈਗੀ ਆ ਬਹੁਤ ਹੀ ਥੋੜੇ ਸਮੇਂ ਦੇ ਅੰਦਰ ਅੰਦਰ ਖਤਮ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਲੱਗ ਰਹੀਆਂ ਨੇ। ਇਹ ਅੰਦਾਜ਼ੇ ਲੱਗ ਰਹੇ ਨੇ ਕਿ ਇਹ ਜੰਗ ਖਤਮ ਹੋਣ ਵੱਲ ਨੂੰ ਵੱਧ ਰਹੀ ਹੈਗੀ। ਮਨਦੀਪ ਸਿੰਘ ਜੀ, ਪਰ ਇਹਦੇ ਨਾਲ ਇੱਕ ਤੁਸੀਂ ਆਪਦੇ ਹੀ ਲੇਖ ਦੇ ਵਿੱਚ ਇਹ ਲਿਖਿਆ ਸੀਗਾ ਕਿ ਜਿਹੜੀ ਇਹ ਯੂਕਰੇਨ ਜੰਗ ਹੈਗੀ ਇਹ ਪੂੰਜੀਵਾਦੀ ਸਾਮਰਾਜਵਾਦ ਦੀ ਸਿਆਸੀ ਆਰਥਿਕਤਾ ਦੀ ਪੈਦਾਵਾਰ ਹੈ। ਥੋੜਾ ਜਿਹਾ ਉੱਤੇ ਝਾਤ ਪਾਉਂਗੇ, ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਇਹਦੇ ਉੱਤੇ। ਤੇਲਾਂ ਵੱਲ ਵੀ ਜਾਣਾ ਹਲੇ ਆਪਾਂ ਦੇਖੋ ਉਹਦੇ ਵਿੱਚ ਜਿਹੜਾ ਵੀ ਸਾਮਰਾਜੀ ਮੁਲਕ ਹੈਗੇ ਨੇ, ਤੁਸੀਂ ਦੁਨੀਆ ਦੇ ਪੂਰੇ ਨਕਸ਼ੇ ਤੇ ਝਾਤ ਮਾਰ ਕੇ ਦੇਖੋ। ਅਮਰੀਕਾ ਲਗਾਤਾਰ ਨਿਊਕਲੀਅਰ ਵੈਪਨ ਤਿਆਰ ਕਰ ਰਿਹਾ, ਨਵੀਂ ਟੈਕਨੀਕ ਦੇ ਹਥਿਆਰ ਤਿਆਰ ਕਰ ਰਿਹਾ, ਮਿਜ਼ਾਈਲਾਂ ਤਿਆਰ ਕਰ ਰਿਹਾ। ਰੂਸ ਵੀ ਆਪਦੀ ਫੌਜੀ ਤਾਕਤ ਇਕੱਠੀ ਕਰ ਰਿਹਾ। ਚਾਈਨਾ ਵੀ ਆਰਥਿਕ ਸ਼ਕਤੀ ਦੇ ਨਾਲ ਨਾਲ ਫੌਜੀ ਤਾਕਤ ਬਣਨ ਜਾ ਰਿਹਾ ਹੈਗਾ। ਇਸ ਕਰਕੇ ਉਹ ਆਪਦਾ ਸਿਆਸੀ ਪ੍ਰਭਾਵ ਜਿਹੜਾ ਹੈਗਾ ਏਸ਼ੀਆ ਦੇ ਬਹੁਤ ਸਾਰੇ ਮੁਲਕਾਂ 'ਚ ਪੈਦਾ ਕਰ ਰਿਹਾ, ਟ੍ਰੇਡ ਦੇ ਥਰੂ ਵੀ ਤੇ ਜਿਹੜੇ ਸਿਆਸੀ ਰਣਨੀਤੀ ਦੇ ਤੌਰ ਦੇ ਉੱਤੇ ਵੀ ਉਹ ਕਰ ਰਿਹਾ ਹੈਗਾ। ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਸਾਊਥ ਕੋਰੀਆ ਨੇ ਕੱਲ ਪਰਸੋਂ ਦਾ ਬਿਆਨ ਹੈਗਾ ਉੱਥੋਂ ਦੇ ਜਿਹੜਾ ਤਾਨਾਸ਼ਾਹ ਹੈਗਾ ਉਹਨੇ ਕਿਹਾ ਕਿ ਅਸੀਂ ਹੋਰ ਬਹੁਤ ਸਾਰੀਆਂ ਨਿਊਕਲੀਅਰ ਜਿਹੜੀਆਂ ਸ਼ਕਤੀਆਂ ਹੈਗੀਆਂ ਉਹ ਹਾਸਲ ਕਰਨੀਆਂ ਹੈਗੀਆਂ। ਜਾਪਾਨ ਜਿਹੜਾ ਹੈਗਾ ਦੁਨੀਆ ਦਾ ਸਭ ਤੋਂ 9ਵੇਂ ਨੰਬਰ ਤੇ ਆਉਂਦਾ ਜਿਹੜਾ ਮਿਲਟਰੀ ਦੇ ਉੱਤੇ ਸਭ ਤੋਂ ਵੱਧ ਖਰਚਾ ਕਰਨ ਜਾ ਰਿਹਾ। ਤਾਂ ਦੁਨੀਆ ਦੇ ਉੱਤੇ ਮੰਡੀ ਦੇ ਉੱਤੇ ਕਬਜ਼ੇ ਕਰਨ ਦੀ ਇੱਕ ਲੜਾਈ ਆ। ਤਾਂ ਉਹ ਵੱਡੇ ਜਿਹੜੇ ਸਾਮਰਾਜੀ ਕੰਟਰੀ ਹੈਗੇ ਨੇ ਉਹ ਵੱਧ ਤੋਂ ਵੱਧ ਮੰਡੀ ਹਾਸਲ ਕਰਨ ਦੇ ਲਈ, ਵਿਸਥਾਰ ਕਰਨ ਦੇ ਲਈ ਤਾਂ ਆਪਦੀ ਸਿਆਸੀ ਚੌਧਰ ਜਾਂ ਸਿਆਸੀ ਪੁੱਗਤ ਹਾਸਲ ਕਰਨ ਦੇ ਲਈ ਲੜਾਈ ਲੜ ਰਹੇ ਨੇ। ਜਿਵੇਂ ਕਿ ਮੈਂ ਪਹਿਲਾਂ ਆਧਾਰ ਦਿੱਤੀ ਹੈਗੀ ਆ ਵੀ ਜਿਵੇਂ ਰੂਸ ਜਿਹੜਾ ਹੈਗਾ ਇਹ ਸਮਝਦਾ ਵੀ ਜਿਹੜਾ 1991 ਦੇ ਵਿੱਚ ਉਹ ਸਾਡੇ ਚੋਂ ਟੁੱਟ ਕੇ ਗਿਆ ਹੋਇਆ ਹਿੱਸਾ ਸੀ ਅਸੀਂ ਉਹਨੂੰ ਮੁੜ ਹਾਸਲ ਕਰ ਲਈਏ। ਇਸੇ ਤਰ੍ਹਾਂ ਜਿਹੜਾ ਅਮਰੀਕਾ ਹੈਗਾ ਉਹ ਇਹ ਚਾਹੁੰਦਾ ਹੈਗਾ ਕਿ ਮੈਂ ਯੂਰਪ ਦੇ ਅੰਦਰ ਵੀ, ਮਿਡਲ ਈਸਟ ਦੇ ਅੰਦਰ ਵੀ ਤੇ ਏਸ਼ੀਆ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਵੀ, ਜਿਵੇਂ ਕਿ ਉਹ ਤਾਇਵਾਨ ਦੇ ਵਿੱਚ ਤੇ ਫਿਲੀਪੀਨਸ ਦੇ ਅੰਦਰ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਇੰਟਰਫੇਅਰ ਕਰ ਰਿਹਾ, ਭਾਰਤ ਨੂੰ ਰਣਨੀਤਿਕ ਤੌਰ ਤੇ ਨਾਲ ਲੈ ਰਿਹਾ ਕਿਉਂਕਿ ਉਹ ਹਿੰਦ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਜਿਹੜਾ ਹੈਗਾ ਆਪਦੇ ਸਮੁੰਦਰੀ ਬੇੜੇ ਖੜੇ ਕਰਕੇ ਚੀਨ ਨੂੰ ਘੇਰਨਾ ਚਾਹੁੰਦਾ। ਇਸ ਕਰਕੇ ਉਹ ਆਪਦਾ ਵਿਸਤਾਰ ਕਰ ਰਿਹਾ। ਹੁਣ ਜਿਹੜੇ ਅਮਰੀਕਾ ਦੇ ਵਿਰੋਧੀ ਮੁਲਕ ਹੈਗੇ ਨੇ ਜਿਵੇਂ ਵੈਨਜ਼ੂਏਲਾ ਹੈਗਾ, ਅਫਗਾਨਿਸਤਾਨ ਹੈਗਾ, ਲੀਬੀਆ, ਸੀਰੀਆ,
ਬਹੁਤ ਸਾਰੇ ਮੁਲਕ ਜਿੱਥੇ ਅਮਰੀਕਾ ਨੇ ਪਿਛਲੇ ਸਮੇਂ ਦੇ ਵਿੱਚ ਜੰਗਾਂ ਲੜੀਆਂ ਨੇ, ਉਹ ਹਿੱਸੇ ਸਾਰੇ ਉਹ ਮੁਲਕ ਜਿਹੜੇ ਹੈਗੇ ਦੁਨੀਆ ਦੇ, ਉਹ ਚੀਨ ਦੇ ਵੱਧ ਨੇੜੇ ਹੋ ਰਹੇ ਆ। ਜਿੱਥੇ ਉਹ ਪਹਿਲਾਂ WTO IMF ਤੋਂ ਕਰਜ਼ੇ ਲੈਂਦੇ ਸੀ, ਤਾਂ ਉਹ ਹੁਣ ਜਿਹੜੇ ਹੈਗੇ ਚੀਨ ਤੋਂ ਕਰਜ਼ੇ ਲੈਂਦੇ ਆ। ਈਵਨ ਪਾਕਿਸਤਾਨ ਤੱਕ ਜਿਹੜੇ ਹੈਗੇ ਆ, ਇਹ ਸਾਰੇ ਮੁਲਕ ਜਿਹੜੇ ਹੈਗੇ ਨੇ, ਇਹ ਲਗਾਤਾਰ ਆਪਦੀ ਨੇੜਤਾ ਇਹ ਚੀਨ ਦੇ ਨਾਲ ਵਧਾ ਰਹੇ ਆ। ਤਾਂ ਇਹ ਮੈਂ ਇਸ ਪ੍ਰਸੰਗ ਦੇ ਵਿੱਚ ਗੱਲ ਕਹੀ ਸੀ ਕਿ ਦੁਨੀਆ ਭਰ ਦੇ ਜਿਹੜੇ ਵੱਡੇ ਮੁਲਕ ਨੇ, ਇਹ ਆਪਦਾ ਪ੍ਰਸਾਰਵਾਦੀ ਨੀਤੀਆਂ ਕਰਕੇ, ਆਪਦਾ ਪਸਾਰਾ ਕਰਨ ਲਈ, ਮੰਡੀ ਦੇ ਉੱਤੇ ਕਬਜ਼ਾ ਕਰਨ ਲਈ, ਦੁਨੀਆ ਦੇ ਵਿੱਚ ਆਪਦੀ ਸਿਆਸੀ ਚੌਧਰ ਸਥਾਪਿਤ ਕਰਨ ਦੇ ਲਈ ਮੁੜ ਹੱਥ ਪੈਰ ਮਾਰ ਰਹੇ ਆ ਤੇ ਦੁਨੀਆ ਨੂੰ ਨਵੀਂ ਜੰਗ ਦੇ ਵਿੱਚ ਝੋਕ ਰਹੇ ਆ। ਤੁਸੀਂ ਦੇਖੋਗੇ ਕਿ ਨਵੇਂ ਵਰ੍ਹੇ ਦੇ ਅੰਦਰ 2023 ਦੇ ਵਿੱਚ ਨਵੇਂ ਹਾਲਾਤ ਪੈਦਾ ਹੋ ਰਹੇ ਆ। ਬਹੁਤ ਇੰਪੋਰਟੈਂਟ ਨਿਊਜ਼ ਕੱਲ ਇੱਕ ਆਈ ਹੈਗੀ ਹੈ 1 ਜਨਵਰੀ ਨੂੰ, ਜਿਹੜੀ IMF ਦੀ ਮੈਨੇਜਿੰਗ ਡਾਇਰੈਕਟਰ ਹੈਗੀ ਆ ਕ੍ਰਿਸਟਾਲੀਨਾ ਉਹਦਾ ਨਾਮ, ਉਹਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ 2023 ਦੇ ਵਿੱਚ ਦੁਨੀਆ ਦਾ 1/3 ਹਿੱਸਾ ਜਿਹੜਾ ਹੈਗਾ ਉਹ ਗਲੋਬਲ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਚਲਾ ਜਾਊਗਾ। ਇਹ ਸਟੇਟਮੈਂਟ ਆ ਜਿਹੜੀਆਂ, ਕਿਉਂਕਿ ਜਿਹੜੇ ਵਰਲਡ ਬੈਂਕ ਹੈਗਾ, IMF ਹੈਗਾ, ਇਹ ਕਿਤੇ ਨਾ ਕਿਤੇ ਇਹਨਾਂ ਮੁਲਕਾਂ ਨੂੰ ਇਸ ਗੱਲ ਤੇ ਪਰਦਾ ਪਾਉਂਦੇ ਆਏ ਆ ਹਮੇਸ਼ਾ ਕਿ ਨਹੀਂ, ਆਰਥਿਕ ਸੰਕਟ ਨਹੀਂ ਆ ਰਹੀ, ਪਰ ਹੁਣ ਇਹ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਇਹਨਾਂ ਨੂੰ ਕਿ ਦੁਨੀਆ ਆਰਥਿਕ ਸੰਕਟ ਵੱਲ ਵੱਧ ਰਹੀ ਆ। ਕੱਲ ਦੀ ਇੱਕ ਇਹ ਖਬਰ ਹੈਗੀ ਆ ਕਿ ਜਰਮਨੀ ਦੇ, ਯੂਰਪ ਦੀ ਇੱਕ ਡਿਫੈਂਸ ਮਿਨਿਸਟਰ ਜਿਹੜੀ ਹੈਗੀ ਆ, ਉਹ ਲਾਈਵ ਹੋ ਕੇ ਉਹਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਨਵਾਂ ਸਾਲ ਚੜ ਰਿਹਾ ਹੈਗਾ ਤੇ ਦੂਜੇ ਪਾਸੇ ਜਿਹੜਾ ਸਾਡੇ ਗੁਆਂਢ ਦੇ ਵਿੱਚ ਯੂਕਰੇਨ ਦੇ ਵਿੱਚ ਬੰਬਬਾਰੀ ਹੋ ਰਹੀ ਹੈ ਤੇ ਇਹਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੋਣ ਵਾਲੇ ਹੈਗੇ, ਬਹੁਤ ਵਧੀਆ ਸਿੱਟੇ ਨਹੀਂ ਨਿਕਲਣ ਵਾਲੇ। ਇਸ ਕਰਕੇ ਲੋਕਾਂ ਦੇ ਅੰਦਰ ਵੀ ਇੱਕ ਗੁੱਸਾ ਲਗਾਤਾਰ ਬਣ ਰਿਹਾ ਤੇ ਜਿਹੜੇ ਖੁਦ ਹਕੂਮਤਾਂ ਕਰਨ, ਰਾਜ ਕਰਨ ਵਾਲੀਆਂ ਜਮਾਤਾਂ ਨੇ, ਉਹਨਾਂ ਲਈ ਵੀ ਇੱਕ ਵੱਡਾ ਸੰਕਟ ਖੜਾ ਹੋ ਗਿਆ ਕਿ ਅਸੀਂ ਇਹਨੂੰ ਨਜਿੱਠੀਏ ਤਾਂ ਨਜਿੱਠੀਏ ਕਿਵੇਂ। ਤੇ ਇਸ ਕਰਕੇ ਜਿਹੜਾ ਇੱਕ ਸਿਨੈਰੀਓ ਪੂਰੇ ਵਰਲਡ ਦੇ ਵਿੱਚ ਆਪਾਂ ਦੇਖ ਰਹੇ ਆ, ਸੰਸਾਰ ਤਾਕਤਾਂ ਦਾ ਜਿਹੜਾ ਸਮਤੋਲ ਆ ਉਹ ਬਹੁਤ ਤੇਜ਼ੀ ਦੇ ਨਾਲ ਬਦਲ ਰਿਹਾ। ਕਿਉਂਕਿ ਆਪਾਂ ਇੱਕ ਇਹ ਗੱਲ ਜਾਣਦੇ ਹੈਗੇ ਕਿ ਜਿਹੜਾ ਯੂਰਪ ਆ, ਪੂਰਾ ਯੂਰਪ ਸੈਕੰਡ ਵਰਲਡ ਵਾਰ ਦਾ ਜਿੰਨਾ ਉਹਨੇ ਸੰਤਾਪ ਭੋਗਿਆ, ਜਰਮਨੀ ਲਗਭਗ ਤਬਾਹ ਹੋ ਗਿਆ ਸੀ, ਪੋਲੈਂਡ ਦੇ ਅੰਦਰ ਹੋਰ ਬਹੁਤ ਸਾਰਾ ਯੂਰਪ ਹੀ ਜਿਹੜਾ ਹੈਗਾ ਪੂਰੀ ਵਾਰ ਦੇ ਵਿੱਚ ਝੁਕਿਆ ਰਿਹਾ। ਉਹ ਮਸਾਂ ਅੱਧੀ ਸਦੀ ਤੋਂ ਬਾਅਦ ਆਪਦੇ ਪੈਰਾਂ ਸਿਰ ਹੋਇਆ ਤੇ ਉਹ ਪੈਰਾਂ ਸਿਰ ਹੋਣ ਤੋਂ ਬਾਅਦ ਹੁਣ ਉਹ ਨਹੀਂ ਚਾਹੁੰਦਾ ਕਿ ਯੂਰਪ ਦੇ ਅੰਦਰ ਯੂਰਪ ਦੇ ਆਲੇ ਦੁਆਲੇ ਕੋਈ ਜੰਗ ਲੱਗੇ। ਇਸੇ ਤਰ੍ਹਾਂ ਜਿਹੜਾ ਮਿਡਲ ਈਸਟ ਹੈਗਾ ਜਾਂ ਏਸ਼ੀਆ ਦੇ ਬਹੁਤ ਸਾਰੇ ਕੰਟਰੀ ਹੈਗੇ, ਚਾਹੇ ਵੀਅਤਨਾਮ ਆ, ਲਾਓਸ ਆ, ਕੰਬੋਡੀਆ ਹੈਗਾ ਜਾਂ ਅਫਗਾਨਿਸਤਾਨ ਹੈਗਾ, ਤਾਜ਼ਾ ਆਪਾਂ ਦੇਖਿਆ ਇਰਾਨ ਹੈਗਾ, ਇਹਨਾਂ ਸਾਰੇ ਮੁਲਕਾਂ ਨੇ ਜੰਗ ਦਾ ਸੰਤਾਪ ਭੋਗਿਆ। ਇਹਨਾਂ ਨੂੰ ਜਿਹੜੇ ਲੋਕ, ਜਿੱਥੇ ਜਿਹੜੀ ਧਰਤੀ ਦੇ ਉੱਤੇ ਜੰਗ ਲੱਗਦੀ ਆ, ਉਹਨਾਂ ਲੋਕਾਂ ਨੂੰ ਪਤਾ ਵੀ ਜੰਗ ਦੇ ਮਾਇਨੇ ਹੁੰਦੇ ਕੀ ਆ। ਸਦੀਆਂ ਲੱਗ ਜਾਂਦੀਆਂ ਮੁੜ ਉਸਾਰੀ ਦੇ ਲਈ, ਜਿਹੜੀ ਜਿੰਨੀ ਮਨੁੱਖੀ ਜਾਨ ਮਾਲ ਦੀ ਤਬਾਹੀ ਹੁੰਦੀ ਆ, ਇਹਦੀ ਭਰਪਾਈ ਕਰਨ ਦੇ ਲਈ ਸਦੀਆਂ ਲੰਘ ਜਾਂਦੀਆਂ। ਤੇ ਇਸ ਕਰਕੇ ਇਹ ਮੁਲਕ ਜਿਹੜੇ ਹੈਗੇ ਆ, ਇਹ ਅੰਦਰੋਂ ਖੋਖਲੇ ਹੋ ਚੁੱਕੇ ਆ, ਟੁੱਟ ਚੁੱਕੇ ਆ। ਪੁਰਾਣੀ ਚੌਧਰ, ਜਿਵੇਂ ਆਪਾਂ ਸੁਣਦੇ ਸੀ ਵੀ ਬਰਤਾਨੀਆ ਜਿਹੜਾ ਹੈਗਾ, ਬਰਤਾਨਵੀ ਸਾਮਰਾਜ ਦੇ ਅੰਦਰ ਸੂਰਜ ਨਹੀਂ ਛਿਪਦਾ ਸੀ, ਅੱਜ ਉਹ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕਿਆ, ਬੁਰੀ ਤਰ੍ਹਾਂ ਜਾਂਦੀ ਉੱਥੇ ਮਤਲਬ ਆਰਥਿਕ ਸੰਕਟ, ਇੱਕ ਵੱਡਾ ਸਮਾਜਿਕ ਸੰਕਟ ਵੀ ਖੜਾ ਹੋਇਆ। ਇਸੇ ਤਰ੍ਹਾਂ ਜਰਮਨੀ ਦੇ ਅੰਦਰ, ਜਰਮਨੀ ਇੱਕ ਸਮੇਂ ਸੁਪਰ ਪਾਵਰ ਰਿਹਾ ਤੇ ਉਹਦੇ ਹਾਲਾਤ ਤੁਸੀਂ ਦੇਖੋ ਵੀ ਕੀ ਹੋ ਰਹੇ ਹੈਗੇ ਆ। ਫਰਾਂਸ ਦੇ ਵਿੱਚ ਫਰਾਂਸ ਵੀ ਇੱਕ ਵੱਡੀ ਸਾਮਰਾਜੀ ਸ਼ਕਤੀ ਹੁੰਦਾ ਸੀਗਾ, ਤਾਂ ਉਹ ਫਰਾਂਸ ਦੇ ਅੰਦਰ ਪਿਛਲੇ 3 ਸਾਲਾਂ ਦੇ ਵਿੱਚ ਵੱਡੇ ਪ੍ਰੋਟੈਸਟ ਲੋਕ ਜਿਹੜੇ ਹੈਗੇ ਆ ਉਹਦੇ ਫਰਾਂਸ ਦੀ ਸਰਕਾਰ ਦੇ ਖਿਲਾਫ, ਕਿੰਨੇ ਵਾਰੀ ਉਹਦੇ ਅੰਦਰ ਤੁਸੀਂ ਦੇਖਿਆ ਹੈਗਾ ਕਿ ਰਾਜਨੀਤਿਕ ਉਥਲ-ਪੁਥਲ ਮੱਚ ਗਈ। ਤਾਂ ਦੁਨੀਆ ਦੇ ਵਿੱਚ ਜਿਹੜੀਆਂ ਘਟਨਾਵਾਂ ਪਹਿਲਾਂ 10-10 ਸਾਲ ਬਾਅਦ ਦੇ ਅਰਸੇ ਬਾਅਦ ਆਪਾਂ ਦੇਖਦੇ ਹੁੰਦੇ ਸੀ, ਉਹ ਹੁਣ ਸਾਲ ਦਰ ਸਾਲ ਵਾਪਰਨੀਆਂ ਸ਼ੁਰੂ ਹੋ ਗਈਆਂ। ਇੰਨੀ ਤੇਜ਼ੀ ਨਾਲ ਘਟਨਾਵਾਂ ਵਾਪਰਦੀਆਂ, ਆਪਾਂ ਬਾਹਲੀ ਦੂਰ ਨਹੀਂ ਜਾਂਦੇ। ਪਿਛਲੇ 3 ਸਾਲਾਂ ਤੇ ਝਾਤ ਮਾਰ ਲਓ ਤੁਸੀਂ, 2020 ਦੇ ਵਿੱਚ ਕੋਵਿਡ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਤਾ, 21 ਦਾ ਵਰ੍ਹਾ ਵੀ ਕੋਵਿਡ ਦੇ ਦੌਰਾਨ ਰਿਹਾ, 22 ਦੇ ਵਿੱਚ ਜੰਗ ਲੱਗ ਗਈ, ਇਹਦੇ ਨਾਲ ਇਨਫਲੇਸ਼ਨ ਨੇ ਜਿੰਦੀ ਹਾਹਾਕਾਰ ਮਚ ਗਈ ਪੂਰੀ ਦੁਨੀਆ ਦੇ ਅੰਦਰ। ਪਰ ਜਿਹੜਾ 23 ਦਾ ਵਰ੍ਹਾ, ਇਹ ਬਹੁਤ ਚਿੰਤਾਵਾਂ ਵਾਲਾ ਵਰ੍ਹਾ ਹੈਗਾ ਦੁਨੀਆ ਸਾਹਮਣੇ, ਕਿਉਂਕਿ ਇਹ ਇੱਕ ਤਾਂ ਕਰੋਨਾ ਦੀ ਮੁੜ ਵਾਪਸੀ ਦੇ ਚਿੰਨ੍ਹ ਆਪਾਂ ਨੂੰ ਦਿਖ ਰਹੇ ਆ, ਇੱਕ ਆਪਾਂ ਨੂੰ ਇਹ ਦਿਖ ਰਿਹਾ ਵੀ ਯੂਕਰੇਨ ਜੰਗ ਹਜੇ ਖਤਮ ਨਹੀਂ ਹੋਈ, ਪਰ ਇਹਦੇ ਨਾਲ ਜਿਹੜੀਆਂ ਦੂਜੀਆਂ ਜੰਗਾਂ ਨੇ ਵਰਲਡ ਦੇ ਅੰਦਰ, ਜਿਹੜਾ ਇੱਕ ਕ੍ਰਾਈਸਿਸ ਨਵਾਂ, ਜਿਹੜੇ ਨਿਊ ਕ੍ਰਾਈਸਿਸ ਜ਼ੋਨ ਉੱਭਰ ਕੇ ਆ ਰਹੇ ਆ, ਜਿਹੜੇ ਸਰਹੱਦੀ ਵਿਵਾਦ ਉੱਭਰ ਕੇ ਆ ਰਹੇ ਆ, ਇਹ ਹੋਰ ਚਿੰਤਾ ਭਰੇ ਹੈਗੇ ਆ। ਇਹ ਨਵੀਆਂ ਜੰਗਾਂ ਨੂੰ ਜਨਮ ਦੇ ਸਕਦੇ ਆ ਆਉਣ ਵਾਲੇ ਸਮੇਂ ਦੇ ਅੰਦਰ। ਕਿਉਂਕਿ ਜਦੋਂ ਵੀ ਤੁਸੀਂ ਆਪ ਬਹੁਤ ਸੋਹਣੀ ਗੱਲ ਕਹੀ ਅਖੀਰ ਦੇ ਵਿੱਚ ਕਿ ਜਿਹੜੀਆਂ ਸਰਹੱਦਾਂ ਦੇ ਆ, ਤੁਸੀਂ ਆਪਣੇ ਇੰਡੀਆ 'ਚ 1-2 ਦਿਨਾਂ ਦੀ ਝਾਤ ਮਾਰ ਲਓ, ਪਿਛਲੇ ਹਫ਼ਤੇ ਤੋਂ ਦੇਖ ਲਓ,
ਉਹ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਪਿੰਡਾਂ ਦਾ ਰੌਲਾ ਪਿਆ ਹੈ, ਮਹਾਰਾਸ਼ਟਰ ਤੇ ਕਰਨਾਟਕਾ ਦਾ ਪਿੰਡਾਂ ਦਾ, ਜਿੱਦਾਂ ਮੇਘਾਲਿਆ ਤੇ ਅਸਾਮ ਦਾ ਪਿਆ ਹੋਇਆ ਸੀਗਾ। ਆਈ ਮੀਨ ਇੱਕ 47 ਦਾ ਦੇਸ਼ ਆਜ਼ਾਦ ਹੋਇਆ, ਹਾਲੇ ਤੱਕ ਤੋਂ ਸਟੇਟ ਟੂ ਸਟੇਟ ਆ ਚੀਜ਼ਾਂ ਕਿਉਂ ਪਹਿਲਾਂ ਕਿੱਥੇ ਗਈਆਂ ਸੀ? ਅੱਜ ਤੋਂ 5 ਸਾਲ ਪਹਿਲਾਂ ਕਿਸੇ ਨੇ ਆ ਕਿਉਂ ਨਹੀਂ ਲਿਆ? ਆਪਾਂ ਜਿਹੜਾ ਮੇਨ ਜਿਹੜਾ ਵਿਸ਼ਾ ਇੱਥੇ ਰੱਖਦੇ ਹਾਂ ਉੱਤੇ ਆਪਾਂ ਕਿਸ ਦਿਨ ਫੇਰ ਲਾ ਲਾਂਗੇ। ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਮਨਦੀਪ ਸਿੰਘ ਜੀ। ਆਪਾਂ ਨਾ ਬਾਕੀ ਗੱਲਾਂ ਛੱਡ ਦਿੰਦੇ, ਦੋ ਗੱਲਾਂ ਆਉਂਦੀਆਂ ਮੋਰੇ। ਇੱਕ ਤਾਂ ਕਹਿੰਦੇ ਹੁੰਦੇ ਨਾ ਕੋਈ ਮਸਲਾ ਬਣ ਜਾਏ ਤਾਂ 4 ਬੰਦੇ ਬਹਿ ਕੇ ਨਿਬੇੜ ਲੈਂਦੇ ਆ, ਮੰਨਣੀ ਪੈਂਦੀ ਆ, ਨਹੀਂ ਤਾਂ ਲਗਾਤਾਰ ਬਰਬਾਦੀ ਵਾਲੀ ਵੱਧਦੇ। ਘਰਾਂ 'ਚ ਲੈ ਲਓ, ਆਪਸੀ ਰਿਸ਼ਤਿਆਂ 'ਚ ਲੈ ਲਓ, ਪਿੰਡਾਂ ਦੇ ਵਿਵਾਦ ਵੀ 4। ਹੁਣ ਆਹ ਜਿਹੜਾ ਵਿਵਾਦ ਆ, ਜਿੰਨੀਆਂ ਆਰਥਿਕ ਪਾਬੰਦੀਆਂ ਰਸ਼ੀਆ 'ਤੇ ਲੱਗ ਰਹੀਆਂ ਔਰ ਜਿੰਨੀਆਂ ਲੱਗ ਗਈਆਂ, ਉਹ ਵੀ ਤਰੱਕਿਆ ਪਿਆ ਉਹਨਾਂ ਦੇ ਹਾਲਾਤ। ਉਹਨੂੰ ਵੀ ਸਰਕਾਰ ਨੂੰ ਉੱਥੋਂ ਦੇ ਲੋਕਲ ਨਾਗਰਿਕਾਂ ਦਾ ਜਿਹੜਾ ਹੈਗਾ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ। ਇਸ ਕਰਕੇ ਉਹ ਕਿਉਂ ਨਹੀਂ, ਕਿਉਂਕਿ ਅਟੈਕ ਉਹਨਾਂ ਨੇ ਕੀਤਾ ਸੀ, ਸਰਕਾਰ ਆਪੇ ਆਪ ਡਿਸੀਜ਼ਨ ਕਿਉਂ ਨਹੀਂ ਬਣਾ ਲੈਂਦੀ ਕਿ ਭਾਈ ਹੁਣ ਹੋਰ ਅਟੈਕ ਨਹੀਂ ਕਰਨਾ, ਇੱਕ ਵਾਰ ਪਿੱਛੇ ਆ ਜਾਓ, ਫਿਰ ਦੇਖਦੇ ਹਾਂ, ਸੋਚਦੇ ਹਾਂ। ਹੋ ਸਕਦਾ ਦੂਜੇ ਪਾਸੇ ਵਾਲੇ ਵੀ ਆ ਕੇ ਕਹਿ ਦੇਣ ਵੀ ਬੜਾ ਚੰਗਾ ਕੀਤਾ ਤੁਹਾਡਾ, ਬੜੀ ਮਿਹਰਬਾਨੀ ਤੁਹਾਡੀ। ਹੌਲੀ ਹੌਲੀ ਫਿਰ ਜਿਹੜੇ ਸਰਹੱਦਾਂ ਦੇ ਵਿਵਾਦ ਆ, ਜਿਹੜਾ ਟੇਕ ਓਵਰ ਕੀਤਾ, ਉਹ ਬਹਿ ਕੇ ਨਿਬੇੜ ਲੈਣਗੇ। ਪਰ ਗੱਲ ਇਹ ਕਿ ਉਹਨਾਂ ਨੂੰ ਕਿੱਥੇ ਈਗੋ ਇਸ਼ੂ ਕਿੱਥੇ ਆਇਆ ਹੋਇਆ ਰਸ਼ੀਆ ਵਾਲਿਆਂ ਨੂੰ, ਉਹ ਕਿਉਂ ਨਹੀਂ ਬੰਦ ਕਿਉਂ ਨਹੀਂ ਕਰਦੇ ਇਹਦੇ ਵਿੱਚ? ਦੇਖੋ, ਇਹਦੇ ਵਿੱਚ ਈਗੋ ਇਸ਼ੂ ਨਹੀਂ ਹੈ, ਇਹਦੇ ਵਿੱਚ ਇੱਕ ਇਹ ਵੀ ਹੈ ਕਿ ਜਿਹੜੀ ਇਹ ਬਣਾਇਆ ਜਾ ਰਿਹਾ ਹੈਗਾ ਮੀਡੀਆ ਦੇ ਅੰਦਰ ਕਿ ਯੂਕਰੇਨ ਦੇ ਵਿੱਚ ਜਿਹੜੀ ਜੰਗ ਲੱਗੀ ਹੈਗੀ ਆ ਉਹਦੀ ਸ਼ੁਰੂਆਤ ਰਸ਼ੀਆ ਨੇ ਕੀਤੀ ਆ। ਇਹ ਨੈਰੇਟਿਵ ਠੀਕ ਨਹੀਂ ਹੈ ਕਿਤੇ ਨਾ ਕਿਤੇ। ਇਹ ਠੀਕ ਆ ਕਿ ਜੰਗ 2 ਦੇਸ਼ਾਂ ਦੇ ਦੌਰਾਨ ਦੇ ਵਿਚਕਾਰ ਲੱਗੀ ਹੋਈ ਆ, ਪਰ ਇਹਨੂੰ ਜਿਹੜਾ ਹੈਗਾ ਵਧਾਇਆ ਹੈਗਾ ਜਾਂ ਇਹਦੀ ਸ਼ੁਰੂਆਤ ਕੀਤੀ ਹੈਗੀ ਆ ਉਹ ਅਮਰੀਕਾ ਤੇ ਉਹਦੇ ਪ੍ਰਭਾਵ ਵਾਲੇ 14 ਨੈਟੋ ਕੰਟਰੀ ਜਿਹੜੇ ਹੈਗੇ ਆ। ਕਿਉਂਕਿ ਨੈਟੋ ਕੰਟਰੀਜ਼ ਦੀ ਅਮਰੀਕਾ ਕਰ ਰਿਹਾ, ਤਾਂ ਉਹਨੇ ਇਹ ਜੰਗ ਜਿਹੜੀ ਹੈਗੀ ਆ ਉਹਦੀ ਸ਼ੁਰੂਆਤ ਉਹਨੇ ਕੀਤੀ ਹੈਗੀ ਆ। ਆਪਦੀ ਪਿੱਠੂ ਸਰਕਾਰ ਜਿਹੜੀ ਯੂਕਰੇਨ ਦੇ ਵਿੱਚ ਜ਼ੈਲੈਂਸਕੀ ਦੀ ਸਰਕਾਰ ਹੈਗੀ ਆ, ਉਹ ਅਮਰੀਕਾ ਦੀ ਪਿੱਠੂ ਸਰਕਾਰ ਹੈਗੀ ਆ। ਇਸ ਕਰਕੇ ਉਹਦੇ ਥਰੂ ਉਹਨੇ ਇਸ ਗੱਲ ਨੂੰ ਹੋਰ ਵੱਧ ਵਧਾਇਆ, ਮਜਬੂਰ ਕੀਤਾ ਰਸ਼ੀਆ ਨੂੰ। ਰਸ਼ੀਆ ਦੇ ਲਈ ਇਹ ਸਵਾਲ ਬਣ ਗਿਆ ਸੀ ਕਿ ਜੇ ਇਸ ਜਿਹੜਾ ਉਹਦਾ ਦੋਨਬਾਸ ਦਾ ਏਰੀਆ, ਜਿੱਥੇ ਉਹਨੇ ਸ਼ੁਰੂ ਦੇ ਵਿੱਚ ਜਿਹੜੀ ਆਪਦਾ ਕਬਜ਼ਾ ਕੀਤਾ ਸੀ, ਕ੍ਰਾਈਮੀਆ ਦੇ ਹਿੱਸੇ ਦੇ ਨਾਲ ਲੱਗਦਾ ਜਿਹੜਾ ਦੋਨਬਾਸ ਦਾ ਏਰੀਆ, ਬਲੈਕ ਸੀ ਦੇ ਨਾਲ ਲੱਗਦਾ, ਜਦੋਂ ਉਹਨੇ ਉੱਥੇ ਕਬਜ਼ਾ ਕੀਤਾ ਤਾਂ ਉਹਨੇ ਸਭ ਤੋਂ ਜਿਹੜਾ ਸੁਰੱਖਿਅਤ ਇਲਾਕਾ ਸੀ ਉਹਦੇ ਇੱਕ ਤਾਂ ਉਹ ਆਪਦੇ ਅੰਡਰ ਕਰ ਲਿਆ। ਦੂਸਰਾ ਉਹਦੇ ਲਈ ਇਹ ਸਵਾਲ ਬਣ ਗਿਆ ਸੀਗਾ ਕਿ ਜੇਕਰ ਇਹ ਵਾਰ ਨਹੀਂ ਸਟਾਰਟ ਕਰਾਂਗੇ ਅਸੀਂ, ਜੇ ਚੁਣੌਤੀ ਨਹੀਂ ਦੇਵਾਂਗੇ ਯੂਕਰੇਨ ਨੂੰ, ਤਾਂ ਜਿਹੜਾ ਅਮਰੀਕਾ ਹੈਗਾ ਉਹ ਯੂਕਰੇਨ ਨੂੰ ਨੈਟੋ ਦਾ ਕੰਟਰੀ ਬਣਾਊਗਾ ਤੇ ਸਾਡੀ ਬਗਲ ਦੇ ਵਿੱਚ ਆ ਕੇ ਆਪਦਾ ਫੌਜੀ ਅੱਡਾ ਸਥਾਪਿਤ ਕਰੂਗਾ। ਤੇ ਇਹ ਉਹ ਕਦੇ ਵੀ ਨਹੀਂ ਚਾਹੁੰਦਾ ਸੀ ਕਿ ਸਾਡੀ ਬਗਲ ਦੇ ਵਿੱਚ ਆ ਕੇ ਨਿਊਕਲੀਅਰ ਵੈਪਨ ਜਿਹੜੇ ਹੈਗੇ ਆ ਉਹ ਸਾਡੇ ਦੇਸ਼ ਦੇ ਲੋਕਾਂ ਦੇ ਵੱਲ ਨੂੰ ਸੇਧਿਤ ਕੀਤੇ ਜਾਣ। ਇਸ ਕਰਕੇ ਇਹ ਲੋੜਾਂ ਜਿਹੜੀਆਂ ਹੈਗੀਆਂ, ਮੈਂ ਤਾਂ ਇਹ ਬਾਰ-ਬਾਰ ਜਿਹੜੀ ਪਹਿਲਾਂ ਵੀ ਆਪਾਂ ਗੱਲ ਵੀ ਕੀਤੀ ਹੈ ਜਾਂ ਆਰਟੀਕਲ ਦੇ ਅੰਦਰ ਵੀ ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀਆਂ ਵੱਡੀਆਂ ਤਾਕਤਾਂ ਨੇ ਇਹਨਾਂ ਨੇ ਧੜੇ ਬਣਾਏ ਹੋਏ ਆ, ਇਹਨਾਂ ਨੇ ਇਹੀ ਜੰਗਾਂ ਪੈਦਾ ਕਰਦੀਆਂ ਤੇ ਇਹੀ ਜੰਗਾਂ ਨੂੰ ਖਤਮ ਨਹੀਂ ਹੋਣ ਦਿੰਦੀਆਂ। ਇਹ ਜਦੋਂ ਵੀ ਮਾੜਾ ਮੋਟੇ ਹਾਲਾਤ ਇਹੋ ਜਿਹੇ ਬਣਦੇ ਆ, ਇਹ ਕੀ ਕਰਦੇ ਨੇ, ਇਹ ਮਤਲਬ ਇਹਨਾਂ ਨੂੰ ਲੋਨ ਦਿੰਦੇ ਨੇ, ਇਹਨਾਂ ਨੂੰ ਸਹਾਇਤਾ ਦੇਣ ਲਈ। ਹੁਣ ਪਿੱਛੇ ਜੇ ਜ਼ੈਲੈਂਸਕੀ ਬਾਈਡਨ ਨੂੰ ਮਿਲਣ ਆਇਆ ਤਾਂ ਉਹਨੂੰ $2 ਬਿਲੀਅਨ ਦਾ ਲੋਨ ਦਿੱਤਾ। ਉਹ ਹੁਣ ਕੋਈ ਸਹਾਇਤਾ ਨਹੀਂ ਕੀਤੀ ਦੇਸ਼ ਦੇ ਲੋਕਾਂ ਦੀ, ਵੀ ਉੱਥੋਂ ਦੇ ਲੋਕਾਂ ਦੀ ਕੋਈ ਮਦਦ ਕੀਤੀ ਹੈਗੀ। ਯੂਕਰੇਨ ਦੇ ਲੋਕ ਮਰ ਰਹੇ ਆ। ਪਹਿਲੀ ਗੱਲ ਤਾਂ ਉਹਨਾਂ ਨੂੰ ਜੰਗ ਦੇ ਵਿੱਚ ਝੋਕਿਆ। ਦੂਜਾ ਵੱਡਾ ਕੰਮ ਤੁਸੀਂ ਇਹ ਕਰ ਰਹੇ ਹੈਗੇ ਵੀ ਉਹਨੂੰ ਲੋਨ ਦੇ ਰਹੇ ਹੋ, ਇਹ ਕਹਿ ਰਹੇ ਹੋ ਵੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲੋਨ ਦੀ ਕਰਜ਼ੇ ਸਮੇਤ ਭਰਪਾਈ ਕਰਨਗੀਆਂ। ਤਾਂ ਇਸ ਤਰ੍ਹਾਂ ਜਿਹੜੇ ਵੱਡੇ ਮੁਲਕ ਨੇ ਉਹ ਜੰਗ ਦੇ ਵਿੱਚੋਂ ਖੱਟਦੇ ਨੇ। ਅਮਰੀਕਾ ਨੇ ਖੱਟਿਆ, ਅਮਰੀਕਾ ਨੇ ਯੂਰਪ ਦੇ ਨਾਲ ਟ੍ਰੇਡ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਆਰਥਿਕ ਨਾਕਾਬੰਦੀਆਂ ਯੂਰਪ ਦੇ ਨਾਲ ਕਰਵਾਤੀਆਂ, ਯੂਰਪ ਦੀਆਂ ਤੇ ਰੂਸ ਦੀਆਂ। ਰੂਸ ਦੇ ਵਿੱਚ ਟ੍ਰੇਡ ਬੰਦ ਹੋ ਗਿਆ, ਪਰ ਉਹ ਟ੍ਰੇਡ ਜਿਹੜਾ ਹੈਗਾ ਆਪਦਾ ਅਮਰੀਕਾ ਨੇ ਵਧਾਇਆ ਇਹਨਾਂ ਮੁਲਕਾਂ ਦੇ ਅੰਦਰ, ਖਾਸ ਕਰਕੇ ਯੂਰਪ ਦੇ ਅੰਦਰ। ਤਾਂ ਉਹਦੇ ਵਿੱਚੋਂ ਚਾਈਨਾ ਨੇ ਵੀ ਖੱਟਿਆ, ਰੂਸ ਨੇ ਵੀ ਖੱਟਿਆ ਤੇ ਅਮਰੀਕਾ ਨੇ ਵੀ ਖੱਟਿਆ, ਕਿਉਂਕਿ ਰੂਸ ਨੇ ਬ੍ਰਾਜ਼ੀਲ, ਭਾਰਤ ਜਾਂ ਹੋਰ ਬਹੁਤ ਸਾਰੇ ਮੁਲਕਾਂ ਦੇ ਨਾਲ ਇੱਕ ਅਲੱਗ ਧੜਾ ਕਾਇਮ ਕਰਕੇ ਇਹਨਾਂ ਨੂੰ ਬਹੁਤ ਸਸਤੇ ਭਾਅ ਦੇ ਉੱਤੇ ਜਾਂਦੀ ਜਿਹੜਾ ਕੱਚੇ ਤੇਲ ਦੇ ਸਮਝੌਤੇ ਕੀਤੇ, ਹਥਿਆਰ ਵੇਚੇ, S-400 ਮਿਜ਼ਾਈਲਾਂ ਭਾਰਤ ਨੂੰ ਦਿੱਤੀਆਂ। ਬਹੁਤ ਸਾਰੇ ਅਜਿਹੇ ਕਾਰੋਬਾਰ ਜਿਹੜੇ ਬਾਕੀ ਮੁਲਕਾਂ ਨਾਲ ਉਹਨਾਂ ਨੇ ਕੀਤੇ। ਤੇ ਇਹਦੇ ਵਿੱਚੋਂ ਵੱਡੇ ਮੁਲਕਾਂ ਨੇ ਕੀ ਕੀਤਾ ਹੈਗਾ ਕਿ ਇਹ ਜਿੱਥੇ ਵੀ ਲੱਗਦੇ ਆਪਦੀਆਂ ਵੱਡੀਆਂ ਆਪਦੇ ਧੜੇ ਜਿਹੜੇ ਹੈਗੇ ਉਹ ਸਥਾਪਿਤ ਕਰ ਲੈਂਦੇ ਆ ਤੇ ਉਹਦੇ ਵਿੱਚ ਜਿਹੜੇ ਗਰੀਬ ਮੁਲਕ ਹੈਗੇ ਨੇ ਉਹਨਾਂ ਨੂੰ ਮੋਹਰਾ ਬਣਾ ਕੇ ਉਹਨਾਂ ਦੀ ਤਬਾਹੀ ਕਰਦੇ ਆ। ਹੁਣ ਸਭ ਤੋਂ ਵੱਧ ਜੇ ਤਬਾਹੀ ਹੋਣੀ ਆ ਉਹ ਯੂਕਰੇਨ ਦੇ ਲੋਕਾਂ ਦੀ ਹੋਣੀ ਹੈ। ਤੇ ਇਹਦੇ ਵਿੱਚ ਜਿਹੜੀ ਇਹ ਤਬਾਹੀ ਇਹਦਾ ਸੇਕ ਜਿਹੜਾ ਹੈਗਾ ਉਹ ਪੂਰੀ ਦੁਨੀਆ ਦੇ ਲੋਕਾਂ ਨੂੰ ਲੱਗ ਰਿਹਾ। ਤੁਸੀਂ ਹੈਰਾਨ ਹੋਵੋਗੇ, ਅੱਜ ਦਾ ਹੀ ਇੱਕ ਰਿਪੋਰਟ ਹੈਗੀ ਆ ਜਿਹੜੇ 2023 ਦੇ 10 ਵੱਡੇ ਅਮੀਰ ਨੇ ਦੁਨੀਆ ਦੇ,
ਜਿਹੜੇ ਵਰਲਡ ਦੇ ਰਿਚ ਪਰਸਨ ਨੇ ਉਹਦੇ ਵਿੱਚੋਂ ਸਭ ਤੋਂ ਵੱਧ ਹੈਗੇ ਅਮਰੀਕਾ ਦੇ, ਤੇ ਇੱਕ ਉਹਨਾਂ ਦੇ ਵਿੱਚ ਦੂਜੇ ਨੰਬਰ ਦਾ ਜਿਹੜਾ ਹੈਗਾ ਰੋਨਾਲਡ ਜਿਹੜਾ ਹੈਗਾ ਉਹ ਯੂਰਪ ਦਾ ਇੱਕ ਫ੍ਰੈਂਚ ਕਾਰਪੋਰੇਟ ਹੈਗਾ। ਇੱਕ ਪਾਸੇ ਤਾਂ ਯੂਰਪ ਕੋਈ ਵੀ ਹੈ ਕਿਉਂਕਿ ਉੱਥੇ ਰਿਫਿਊਜੀ ਜਿਹੜੇ ਬਹੁਤ ਸਾਰੇ ਆਉਣ ਕਰਕੇ ਉਹ ਵੀ ਇੱਕ ਸੰਕਟ ਉਹਨਾਂ ਲੋਕਾਂ ਦੇ ਸਾਹਮਣੇ ਖੜਾ ਹੈਗਾ। ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਵੀ ਕਦੇ ਇਤਿਹਾਸ ਦੇ ਵਿੱਚ ਜਿਵੇਂ ਤਪਸ ਜਿਹੜੀ ਹੈਗੀ ਹੈ ਇੰਨੀ ਨਹੀਂ ਪਈ ਸੀ ਜਿੰਨੀ ਇੰਗਲੈਂਡ ਦੇ ਵਿੱਚ ਪਈ, ਉੱਥੇ ਘਰਾਂ ਨੂੰ ਵੀ ਅੱਗ ਲੱਗੀ, ਉਹ ਕ੍ਰਾਈਸਿਸ ਵੀ ਲੋਕਾਂ ਸਾਹਮਣੇ ਆ, ਐਨਰਜੀ ਦਾ ਕ੍ਰਾਈਸਿਸ ਵੀ ਆ, ਉੱਤੋਂ ਸਰਦੀ ਦਾ ਮੌਸਮ ਵੀ ਸ਼ੁਰੂ ਹੋ ਗਿਆ। ਇਹ ਸਾਰੀਆਂ ਮੁਸ਼ਕਲਾਂ ਨੇ, ਲੋਕ ਤਰਾਹ ਕਰਦੇ ਨੇ, ਤੇ ਉੱਥੋਂ ਦਾ ਇੱਕ ਕਾਰਪੋਰੇਟ ਵਰਲਡ ਦਾ ਦੂਜਾ ਅਮੀਰ ਬੰਦਾ ਬਣ ਗਿਆ। ਤਾਂ ਇਹ ਹਾਲਾਤ, ਇਹ ਸਾਰਾ ਸਮਝਣ ਦੀ ਲੋੜ ਹੈਗੀ ਆ ਕਿ ਇਹਦੇ ਵਿੱਚੋਂ ਜਿਹੜੇ ਵੱਡੇ ਮੁਲਕ ਨੇ, ਸਾਮਰਾਜੀ ਮੁਲਕ ਨੇ, ਜਿਨ੍ਹਾਂ ਨੂੰ ਆਪਾਂ ਪੂੰਜੀਪਤੀ ਮੁਲਕ ਕਹਿ ਦਿੰਦੇ ਆ, ਇਹ ਖੱਟਦੇ ਆ। ਇਹ ਜੰਗਾਂ ਦੇ ਵਿੱਚੋਂ ਇਹ ਬਹੁਤ ਲਾਹਾ ਖੱਟਦੇ ਆ ਕਿਉਂਕਿ ਇਹਨਾਂ ਨੇ ਧੜੇ ਬਣਾ ਲਏ। ਜਿਵੇਂ ਅਮਰੀਕਾ ਨੇ ਕੁਆਡ ਦੇ ਦੇਸ਼ਾਂ ਦੇ ਨਾਲ ਮਿਲ ਕੇ ਇੱਕ ਧੜਾ ਖੜਾ ਕਰ ਲਿਆ, ਇਸੇ ਤਰ੍ਹਾਂ ਰੂਸ ਨੇ ਇੱਕ ਵਪਾਰ ਜਿਹੜਾ ਹੈਗਾ ਬਹੁਤ ਸਾਰੇ ਮੁਲਕਾਂ ਨਾਲ ਵਧਾ ਕੇ ਆਪਦਾ ਧੜਾ ਕਾਇਮ ਕਰ ਲਿਆ, ਚੀਨ ਨੇ ਆਪਦਾ ਧੜਾ ਕਾਇਮ ਕਰ ਲਿਆ। ਹੁਣ ਜੇ ਅਗਲੀ ਜੰਗ ਜੇ ਕਿਤੇ ਤਾਇਵਾਨ ਤੇ ਚੀਨ ਦੇ ਵਿਚਕਾਰ ਲੱਗਦੀ ਆ ਜਾਂ ਭਾਰਤ ਤੇ ਚੀਨ ਦੇ ਵਿਚਕਾਰ ਲੱਗਦੀ ਆ, ਕਿਉਂਕਿ ਜਿਹੜਾ ਸਰਹੱਦੀ ਵਿਵਾਦ ਚੱਲਦਾ, ਇਹਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਣਾ ਉਹ ਭਾਰਤ ਦੇ ਲੋਕਾਂ ਦਾ, ਤਾਇਵਾਨ ਦੇ ਲੋਕਾਂ ਦਾ, ਜਿਵੇਂ ਕਿ ਯੂਕਰੇਨ ਦੇ ਲੋਕਾਂ ਦਾ ਹੋ ਰਿਹਾ, ਇਦੋਂ ਪਹਿਲਾਂ ਅਫਗਾਨਿਸਤਾਨ ਦੇ ਲੋਕਾਂ ਦਾ ਹੋਇਆ, ਇਦੋਂ ਪਹਿਲਾਂ ਇਰਾਕ ਦੇ ਲੋਕਾਂ ਦਾ ਹੋਇਆ। ਤਾਂ ਉਹ ਲੋਕਾਂ ਦਾ ਨੁਕਸਾਨ ਹੋਣਾ, ਤੇ ਇਹ ਜਿਹੜੇ ਵੱਡੇ ਸਾਮਰਾਜੀ ਮੁਲਕ ਨੇ, ਇਹਨਾਂ ਦੇ ਜਿਹੜੇ ਵੱਡੇ ਪੂੰਜੀਪਤੀ ਨੇ, ਉਹਨਾਂ ਨੇ ਮੁਨਾਫੇ ਕਮਾ ਰਹੇ ਆ। ਇਹ ਹੋ ਸਕਦਾ ਤੁਸੀਂ ਹੈਰਾਨੀਜਨਕ ਇੱਕ ਅੰਕੜਾ ਹੈਗਾ ਕਿ ਸਾਲ 2020 ਤੇ 21 ਦੇ ਅੰਦਰ ਕੋਵਿਡ ਕਰਕੇ ਲੋਕਾਂ ਦੇ ਧੰਦੇ ਬੰਦ ਹੋ ਗਏ, ਧੰਦੇ ਚੌਪਟ ਹੋ ਗਏ। ਜਿਵੇਂ ਕਿ ਯੂਕਰੇਨ ਦੇ ਵਿੱਚ 11% ਜਿਹੜੇ ਧੰਦੇ ਹੈਗੇ ਆ ਉਹ ਜਮਾਂ ਖਤਮ ਹੋ ਗਏ, 50 ਲੱਖ ਨੌਕਰੀਆਂ ਚਲੀਆਂ ਗਈਆਂ। ਐਡੀ ਤਬਾਹੀ ਹੋ ਰਹੀ ਆ। ਤੇ ਦੂਜੇ ਪਾਸੇ ਜਿਹੜੇ ਦੁਨੀਆ ਦੇ ਅਮੀਰ ਆ, ਉਹਨਾਂ ਦੀ ਜਾਇਦਾਦ ਦੇ ਵਿੱਚ 300 ਗੁਣਾ 400 ਗੁਣਾ ਵਾਧਾ ਹੋ ਰਿਹਾ। ਕਾਰਪੋਰੇਟ ਰਾਤੋਂ ਰਾਤ ਅਮੀਰ ਹੋ ਰਹੇ ਆ, ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋਣ ਜਾ ਰਹੇ ਆ। ਤਾਂ ਇਹ ਜੰਗ ਲੋਕਾਂ ਲਈ ਕਿਆਮਤ ਬਣ ਕੇ ਹਮੇਸ਼ਾ ਆਉਂਦੀ ਆ, ਤੇ ਇਹਨਾਂ ਅਮੀਰਾਂ ਦੇ ਲਈ, ਇਹਨਾਂ ਮੁਲਕਾਂ ਦੇ ਲਈ ਨਿਆਮਤ ਬਣ ਕੇ ਆਉਂਦੀ ਆ। ਤੇ ਜੰਗਾਂ ਲਾਈਆਂ ਹੀ ਇਸੇ ਕਰਕੇ ਜਾਂਦੀਆਂ, ਮੁਨਾਫੇ ਨੂੰ ਹੋਰ ਵੱਧ ਆਪਦੇ ਵੱਲ ਖਿੱਚਣ ਲਈ, ਮੰਡੀ ਦੇ ਉੱਤੇ ਕਬਜ਼ਾ ਕਰਨ ਦੇ ਲਈ, ਸੰਸਾਰ ਦੇ ਉੱਤੇ ਆਦੀ ਚੌਧਰ ਸਥਾਪਿਤ ਕਰਨ ਦੇ ਲਈ। ਇਹੀ ਤਾਂ ਜੰਗਾਂ ਨੇ। ਇਹ ਜੰਗਾਂ ਦੇ ਵਿੱਚੋਂ ਜਿੰਨਾ ਵੀ ਬੋਝ ਪੈ ਰਿਹਾ ਲੋਕਾਂ ਦੇ ਉੱਤੇ, ਇਹਦਾ ਬੋਝ ਪੈ ਰਿਹਾ ਹੈਗਾ, ਚਾਹੇ ਉਹ ਮਹਿੰਗਾਈ ਆ। ਈਵਨ ਤੁਹਾਡੇ ਅਮਰੀਕਾ ਦੇ ਅੰਦਰ ਜੇ ਦੇਖੀਏ ਵੀ ਜੇ ਇੰਟਰਸਟ ਰੇਟ ਵੱਧਦੇ ਨੇ, ਇਹਦਾ ਇਹਨਾਂ ਨੂੰ ਕਿੰਨਾ ਲਾਹਾ ਹੁੰਦਾ। ਜਿਹੜੇ ਮੁਲਕਾਂ ਤੋਂ ਇਹਨਾਂ ਨੇ ਕਰਜ਼ਾ ਲੈਣਾ, ਉਹਨਾਂ ਨੇ ਜਦੋਂ ਕਰਜ਼ੇ ਦੀਆਂ ਅਦਾਇਗੀਆਂ ਕਰਨੀਆਂ ਹੈਗੀਆਂ, ਤਾਂ ਇੱਕ ਤਾਂ ਉਹਨਾਂ ਦੀ ਲੋਕਲ ਕਰੰਸੀ ਥੱਲੇ ਨੂੰ ਜਾਊ, ਦੂਸਰਾ ਉਹਨਾਂ ਨੇ ਜਦੋਂ ਕਰਜ਼ੇ ਦੀਆਂ ਅਦਾਇਗੀਆਂ ਕਰਨੀਆਂ ਹੈਗੀਆਂ ਤਾਂ ਉਹ ਜਿਹੜੇ ਇੰਟਰਸਟ ਰੇਟ ਨੇ, ਤੇ ਉਹ ਕਿੰਨਾ ਮੁਨਾਫਾ ਇਹਨਾਂ ਚੀਜ਼ਾਂ ਦੇ ਵਿੱਚੋਂ ਇਹ ਕਮਾਉਂਦੇ ਹੈਗੇ। ਇਹਨੂੰ ਹੀ ਆਪਾਂ ਕਹਿੰਦੇ ਹੈਗੇ ਕਿ ਇਹ ਜਿਹੜੀਆਂ ਨਿਊ ਲਿਬਰਲ ਪਾਲਿਸੀਜ਼ ਹੈਗੀਆਂ ਨੇ, ਇਹਨਾਂ ਦੀਆਂ ਨੀਤੀਆਂ ਹੈਗੀਆਂ ਨੇ ਜੀ ਉਹ ਨੀਤੀਆਂ ਨੂੰ ਲੋਕਾਂ ਦੇ ਉੱਤੇ, ਪੂਰੀ ਦੁਨੀਆ ਦੇ ਲੋਕਾਂ ਦੇ ਉੱਤੇ ਲੋਕਾਂ ਨੂੰ ਬਹੁਤ ਸੰਜੀਦਗੀ ਨਾਲ ਸਮਝਣ ਦੀ ਲੋੜ ਹੈਗੀ ਆ ਕਿ ਆਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਸੁੱਟੀਆਂ ਜਾ ਰਹੀਆਂ ਹੈਗੀਆਂ ਨੇ, ਇਹ ਸਾਡੇ ਉੱਤੇ ਕਿੰਨਾ ਤਾਕਤਾਂ ਨੇ ਪੈਦਾ ਕੀਤੀਆਂ ਹੋਈਆਂ ਨੇ। ਇਨਫਲੇਸ਼ਨ ਦੇਖੋ, ਤੁਹਾਡੇ ਕਰਕੇ ਜਾਂ ਮੇਰੇ ਕਰਕੇ ਮਹਿੰਗਾਈ ਨਹੀਂ ਵਧੀ, ਪਰ ਇਹਦਾ ਅਸਰ ਤੁਹਾਡੇ ਉੱਤੇ ਵੀ ਹੈ, ਮੇਰੇ ਉੱਤੇ ਵੀ ਹੈ ਮਹਿੰਗਾਈ ਦਾ। ਯੂਕਰੇਨ ਜੰਗ ਨਾ ਤਾਂ ਤੁਸੀਂ ਲਾਈ ਆ, ਨਾ ਮੈਂ ਲਾਈ ਆ, ਨਾ ਤੁਹਾਨੂੰ ਸੁਣਨ ਵਾਲੇ ਦਰਸ਼ਕਾਂ ਨੇ ਲਾਈ ਆ, ਪਰ ਯੂਕਰੇਨ ਦਾ ਜੰਗ ਤੁਹਾਡੇ ਤੇ ਆ, ਮੇਰੇ ਤੇ ਆ, ਤੇ ਤੁਹਾਡੇ ਟੀਵੀ ਚੈਨਲ ਦੇ ਸੁਣਨ ਵਾਲੇ ਸਰੋਤਿਆਂ ਦੇ ਉੱਤੇ ਵੀ ਆ। ਤਾਂ ਇਹ ਗੱਲ ਜਿੰਨਾ ਚਿਰ ਲੋਕ ਨਹੀਂ ਸਮਝਦੇ ਕਿ ਜਿੰਨਾਂ ਚੀਜ਼ਾਂ ਦੇ ਅਸੀਂ ਜ਼ਿੰਮੇਵਾਰ ਨਹੀਂ, ਉਹਨਾਂ ਚੀਜ਼ਾਂ ਦੇ ਸਾਡੇ ਤੇ ਅਸਰ ਕਿਉਂ ਪੈ ਰਿਹਾ, ਅਸੀਂ ਉਹਦੇ ਸ਼ਿਕਾਰ ਕਿਉਂ, ਉਹਦਾ ਬੋਝ ਸਾਡੇ ਤੇ ਕਿਉਂ ਪੈ ਰਿਹਾ ਹੈਗਾ। ਇਹ ਲੋਕ ਸਮਝਣਾ ਚਾਹੀਦਾ ਵੀ ਸਾਡੀ ਥਾਲੀ ਦੇ ਵਿੱਚ ਜਿਹੜਾ ਖਾਣਾ, ਜੇ ਉਹ ਪਹਿਲਾਂ $5 ਦਾ ਸੀ ਤਾਂ 10 ਦੀ ਕਿਉਂ ਹੋ ਗਈ ਥਾਲੀ। ਜਦੋਂ ਲੋਕ ਸੋਚਣਾ ਸਿੱਖ ਗਏ, ਜਿਹਨੂੰ ਆਪਾਂ ਕਹਿੰਦੇ ਲਰਨ ਟੂ ਥਿੰਕ, ਜਿੰਨਾ ਚਿਰ ਸੋਚਣਾ ਨਹੀਂ ਸਿੱਖਦੇ ਉਹਨਾਂ ਚਿਰ ਇਹ ਅਲਾਮਤਾਂ ਜਿਹੜੀਆਂ ਹੈਗੀਆਂ ਉਹ ਰਹਿਣਗੀਆਂ। ਤੁਸੀਂ ਦੇਖਿਆ ਫੀਫਾ ਵਰਲਡ ਕੱਪ ਹੋਇਆ, ਹੋਰ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ, ਜਿਸ ਵੱਡੀ ਤਾਦਾਦ ਦੇ ਵਿੱਚ ਲੋਕਾਂ ਦਾ ਇੱਕ ਹੜ ਉਮੜ ਆਉਂਦਾ ਇਹਨਾਂ ਚੀਜ਼ਾਂ ਵੱਲ, ਜਿਹੜਾ ਕਿ ਇਹਨਾਂ ਸਾਮਰਾਜੀ ਮੁਲਕਾਂ ਵੱਲੋਂ ਹੀ ਪੈਦਾ ਕੀਤਾ ਹੋਇਆ। ਇਹਨਾਂ ਸਾਮਰਾਜੀ ਕੰਪਨੀਆਂ ਦਾ ਹੀ ਮੀਡੀਆ ਗਾ, ਜਿਹਦੇ ਵਿੱਚ ਧੜਾ ਐਂਟਰਟੇਨਮੈਂਟ, ਕਿੰਨਾ ਕੁਛ ਪ੍ਰਸਾਰਿਆ ਜਾਂਦਾ, ਤੇ ਲੋਕ ਮੋਬਾਈਲ ਦੇ ਉੱਤੇ ਕੈਦੀ ਹੋ ਕੇ ਬੈਠੇ, ਉਹ ਸਾਰਾ ਪਰੋਸਦੇ ਆ, ਉਹਨੂੰ ਸੁਣਨ ਦੇ ਵਿੱਚ ਜਾਂ ਹੋਏ ਹੈ। ਤਾਂ ਉਹ ਆਹ ਜਿਹੜਾ ਸੰਤਾਪ ਭੋਗ ਰਹੇ ਆ,
ਮਨਦੀਪ ਆਪਣੇ ਕੋਲ ਤੇ ਇਹਦੇ ਕੀ ਹੁੰਦਾ ਨਿਊਕਲੀਅਰ ਪਾਵਰ ਨਿਊਕਲੀਅਰ ਰਾਈਟ ਮਨਦੀਪ ਸਿੰਘ ਜੀ ਆਪਣੇ ਕੋਲ ਤਾਂ ਅਸੀਂ ਹਥਿਆਰਾਂ ਤੇ ਬੈਠੇ। ਆਪਣੇ ਕੋਲ 1-2 ਮਿੰਟ ਰਹਿ ਗਏ ਪ੍ਰੋਗਰਾਮ ਦੇ ਵਿੱਚ, ਤੇ ਮੈਂ ਅਖੀਰ ਦੇ ਵਿੱਚ ਇੱਕ ਕੁਐਸਚਨ ਪੁੱਛੂੰਗਾ, ਤੁਸੀਂ ਉਹਦਾ ਬੈਟਰ ਤੁਹਾਨੂੰ ਤੁਸੀਂ ਮੈਂ ਦੇਖਿਆ ਪੂਰੇ ਲੇਖ ਦੇ ਵਿੱਚ ਬਹੁਤ ਸੋਹਣਾ ਤੁਸੀਂ ਕਈ ਚੀਜ਼ਾਂ ਕਵਰ ਕੀਤੀਆਂ। ਨਾਟੋ ਦੇ ਦੇਸ਼ ਛੱਡ ਲਈਏ ਆਪਾਂ, ਉਹਨਾਂ ਦਾ ਕੋਈ ਇੰਟਰਸਟ ਹੋਵੇਗਾ, ਕੁਛ ਚਾਈਨਾ ਦਾ ਵੀ ਹੋਏਗਾ, ਹੋਰ ਬਹੁਤ ਨੇ। ਆਪਾਂ ਖਾਸ ਕਰਕੇ ਆਪਣੇ ਭਾਰਤ ਮਹਾਨ ਦੇਸ਼ ਦੇਖ ਲਈਏ, ਉਹ ਬੜੇ ਕਲੋਜ਼ ਨੇ ਦੋਨਾਂ ਦੇਸ਼ਾਂ ਦੇ, ਯੂਕਰੇਨ ਤੇ ਰਸ਼ੀਆ ਦੇ, ਜਾਂ ਹੋਰ ਕਈ ਕੰਟਰੀਜ਼ ਹੈਗੀਆਂ ਚਾਹੇ ਛੋਟੇ ਚਾਹੇ ਵੱਡੇ। ਉਹ ਆ ਕੇ ਇੰਟਰਵੀਨ ਕਿਉਂ ਨਹੀਂ ਕਰਦੇ? ਆਪਦੇ ਘਰੋਂ ਵੇਖ ਕੇ ਤਾਂ ਹਰੇਕ ਕੋਈ ਕਹੀ ਜਾਂਦਾ ਵੀ ਹਾਂ ਇਹਨਾਂ ਨੂੰ ਹਟ ਜਾਣਾ ਚਾਹੀਦਾ, ਹਟ ਜਾਓ, ਪਰ ਕਿਸੇ ਨਾ ਕਿਸ ਤਰ੍ਹਾਂ ਕੋਈ ਬਹਿ ਕੇ ਉਹਨਾਂ ਦੀ ਇੱਕ ਟੇਬਲ ਤੇ ਬਹਿ ਕੇ, ਗੱਲ ਤਾਂ ਟੇਬਲ ਤੇ ਬਹਿ ਕੇ ਹੀ ਮੁੱਕਣੀ ਇੱਕ ਦਿਨ, ਤੇ ਉਹ ਇੰਟਰਵੀਨ ਕਿਉਂ ਨਹੀਂ ਕਰ ਰਹੇ? ਉਹਦੇ ਪਿੱਛੇ ਕੀ ਰਾਜ ਹੈ? ਆਪਣੇ ਕੋਲ 1-1.5 ਮਿੰਟ ਦਾ ਹੀ ਟਾਈਮ ਰਹਿ ਗਿਆ ਅਖੀਰ ਦੇ ਵਿੱਚ। ਹਾਂਜੀ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਿਹੜੇ ਮੁਲਕ ਜਿਵੇਂ ਜੇ ਤੁਸੀਂ ਭਾਰਤ ਦੀ ਉਦਾਹਰਨ ਲਈ ਹੈਗੀ ਆ, ਭਾਰਤ ਆਰਥਿਕ ਤੌਰ ਤੇ ਬਹੁਤ ਸਾਰੀਆਂ ਵਪਾਰਕ ਚੀਜ਼ਾਂ ਨੂੰ ਲੈ ਕੇ ਰੂਸ ਦਾ ਸੰਗੀ ਰਿਹਾ ਪਹਿਲਾਂ ਸਦਾ ਤੋਂ ਹੀ। ਉਹਦਾ ਟ੍ਰੇਡ ਰੂਸ ਨਾਲ ਚੱਲਦਾ ਹੈਗਾ, ਮਤਲਬ ਸ਼ੁਰੂ ਤੋਂ ਲੈ ਕੇ 1954 ਤੋਂ ਲੈ ਕੇ। ਪਰ ਉਹ ਡਿਪਲੋਮੈਟਿਕ ਤੌਰ ਦੇ ਉੱਤੇ ਅਮਰੀਕਾ ਦੇ ਵੱਧ ਨੇੜੇ ਆ। ਤਾਂ ਮੈਂ ਜਿਹੜੀ ਗੱਲ ਪਹਿਲਾਂ ਵੀ ਕਹੀ ਸੀ ਵੀ ਇਹ ਮੁਲਕ ਜਿਹੜੇ ਹੈਗੇ ਉਹ ਧੜੇਬੰਦੀਆਂ ਦਾ ਹਿੱਸਾ ਬਣੇ ਹੋਏ ਆ। ਇਹ ਇੰਨੇ ਪਾਵਰਫੁਲ ਨਹੀਂ ਹੈ ਕਿ ਇਹ ਵਾਸ਼ਿੰਗਟਨ ਨੂੰ ਇਹ ਕਹਿ ਸਕੇ ਕਿ ਤੁਸੀਂ ਯੂਕਰੇਨ ਦੇ ਵਿੱਚ ਆ ਕਰੋ। ਇਹ ਇਸ ਹੈਸੀਅਤ ਦੇ ਵਿੱਚ ਨਹੀਂ ਹੈ ਇਹ ਮੁਲਕ। ਇਸ ਕਰਕੇ ਜਿਹੜੇ ਇਹਨਾਂ ਮੁਲਕਾਂ ਨੂੰ ਕੁਝ ਵੀ ਕਹਿਣ ਦਾ ਜਾਂ ਗੱਲਬਾਤ ਰਾਹੀਂ ਸਮਝੌਤੇ ਰਾਹੀਂ ਕਰਨ ਦਾ ਇਹਨਾਂ ਦੀ ਕੋਈ ਹੈਸੀਅਤ ਨਹੀਂ ਹੈ, ਮਤਲਬ ਵੀ ਇਹ ਕਹਿ ਦੇਣ। ਇਸ ਕਰਕੇ ਭਾਰਤ ਜਿਹੜਾ ਹੈਗਾ ਕੋਈ ਸਿੱਧਾ ਸਟੈਂਡ ਵੀ ਨਹੀਂ ਲੈ ਪਾਇਆ। ਜਿਵੇਂ ਅਫਗਾਨਿਸਤਾਨ ਦੇ ਮੁੱਦੇ ਤੇ ਇਹ ਸਟੈਂਡ ਨਹੀਂ ਲੈ ਪਾਇਆ, ਉਵੇਂ ਯੂਕਰੇਨ ਵਾਲੇ ਮੁੱਦੇ ਦੇ ਉੱਤੇ ਇਹਦਾ ਕੋਈ ਸਪਸ਼ਟ ਸਟੈਂਡ ਨਹੀਂ ਰਿਹਾ ਸੀ। ਉਹ ਇੱਕ ਲੰਬੀ ਚੌੜੀ ਗੱਲ ਆ। ਪਰ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਨ੍ਹਾਂ ਮੁਲਕਾਂ ਤੋਂ ਇਹ ਤੁਸੀਂ ਆਸ ਕਰਦੇ ਹੈਗੇ ਹੋ ਕਿ ਜੰਗ ਖਤਮ ਹੋਣੀ ਚਾਹੀਦੀ ਆ, ਬਿਲਕੁਲ ਹੋਣੀ ਚਾਹੀਦੀ ਆ। ਇਹ ਲੋਕਾਂ ਦਾ ਮੁੱਦਾ, ਜੰਗ ਖਤਮ ਹੋਣੀ ਚਾਹੀਦੀ। ਇਹ ਨਾ ਤਾਂ ਕਿਸੇ ਵੀ ਮੁਲਕ ਦੇ ਹਾਕਮਾਂ ਦਾ ਮੁੱਦਾ ਨਹੀਂ ਹੈ। ਜਿਵੇਂ ਜ਼ੈਲੈਂਸਕੀ ਜਿਹੜਾ ਹੈਗਾ, ਉਹਨੇ ਜਿੱਡਾ ਇਹ ਮਤਲਬ ਬੇਕੂਫੀ ਕੀਤੀ, ਉੱਥੋਂ ਦਾ ਕੀਵ ਦਾ ਮੇਅਰ ਕੱਲ ਕਹਿ ਰਿਹਾ, ਕਹਿੰਦਾ ਜ਼ੈਲੈਂਸਕੀ ਨੇ ਨੈਟੋ ਤੇ ਅਮਰੀਕਾ ਪਿੱਛੇ ਲੱਗ ਕੇ ਸਾਡਾ ਦੇਸ਼ ਬਰਬਾਦ ਕਰਤਾ। ਯੂਕਰੇਨ ਦੀ ਰਾਜਧਾਨੀ ਦਾ ਇੱਕ ਮੇਅਰ ਕਹਿ ਰਿਹਾ ਇਹ ਗੱਲ। ਇਹਦੀ ਕਹਿਣ ਦਾ ਮਤਲਬ ਇਹ ਵੀ ਇਹ ਹਾਕਮ ਜਿਹੜੇ ਹੈਗੇ ਇਹਨਾਂ ਦੇ ਇਹਦੇ ਪਿੱਛੇ ਲੱਗ ਹੈਗੇ ਨੇ। ਇਹ ਨਹੀਂ ਸੋਚਦੇ ਲੋਕਾਂ ਦੀ ਭਲਾਈ। ਇਹਨਾਂ ਲਈ ਜੰਗ ਜਿਹੜੀ ਹੈਗੀ ਆ, ਇਸੇ ਕਰਕੇ ਬਹੁਤ ਸਾਰੇ ਜਿਹੜੇ ਦੂਜੇ ਮੁਲਕ ਵੀ ਹੈਗੇ ਨੇ ਉਹ ਧੜੇਬੰਦੀਆਂ ਬਣੀਆਂ ਹੋਈਆਂ ਨੇ, ਅੱਡ ਤੇ ਧੜੇ ਬਣੇ ਹੋਏ ਆ। ਤੇ ਇਹਨਾਂ ਦੀ ਇਹ ਹੈਸੀਅਤ ਨਹੀਂ ਹੈ ਕਿ ਵੱਡੇ ਮੁਲਕਾਂ ਨੂੰ ਇਹ ਕਹਿ ਸਕਣ ਕਿ ਤੁਸੀਂ ਇਹ ਮਤਲਬ ਤੁਸੀਂ ਜੰਗ ਨੂੰ ਖਤਮ ਕਰੋ, ਤੇ ਨਾ ਹੀ ਇਹਨਾਂ ਦੇ ਇਰਾਦੇ ਨੇ। ਮਨਦੀਪ ਭਾਜ, ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਕੋਸ਼ਿਸ਼ ਕਰਾਂਗੇ ਇਹਦੇ ਉੱਤੇ ਕਿਸ ਦਿਨ ਫਿਰ ਹੋਰ ਪ੍ਰੋਗਰਾਮ ਕਰੀਏ, ਕਿਉਂਕਿ ਆਉਣ ਵਾਲੀ ਜਿਹੜੀ ਮੰਦਹਾਲੀ ਹੈ, ਜੇ ਇਹ ਜਾਰੀ ਰਹਿੰਦਾ ਆ ਤਾਂ ਆਉਣ ਵਾਲੀ ਮੰਦਹਾਲੀ ਦੇ ਉੱਤੇ ਵਰਲਡ ਦਾ ਕੀ ਸਟੈਂਡ ਹੋਊਗਾ। ਜਿਹੜੇ ਲੋਕ ਰੋਜ਼ ਕਿਰਤੀ ਲੋਕ ਨੇ, ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ, ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਹੋਊਗਾ। ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਸਪੈਸ਼ਲ ਪ੍ਰੋਗਰਾਮ ਫਿਰ ਕਰਾਂਗੇ। ਮਨਦੀਪ ਸਿੰਘ ਜੀ, ਤੁਸੀਂ ਅੱਜ ਟਾਈਮ ਕੱਢਿਆ, ਅਸੀਂ ਬੜੇ ਮਸ਼ਗੂਲ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ। ਦਰਸ਼ਕੋ, ਇਹ ਸਨ ਮਨਦੀਪ ਸਿੰਘ, ਉਚੇਚੇ ਤੌਰ ਤੇ ਕੈਨੇਡਾ ਟੋਰਾਂਟੋ ਤੋਂ ਸਾਡੇ ਨਾਲ ਬਣੇ ਹੋਏ ਸੀ। ਬੜਾ ਵਧੀਆ ਉਹਨਾਂ ਨੇ ਪ੍ਰੋਗਰਾਮ ਦੱਸਿਆ। ਆਪਾਂ ਵੀ ਸੁੱਖ ਮੰਗਾਂਗੇ, ਨਵੇਂ ਸਾਲ ਚੜ੍ਹਿਆ, ਆਪਾਂ ਸੁੱਖ ਮੰਗਾਂਗੇ ਕਿ ਕੋਈ ਵੀ ਦੇਸ਼ ਜਾਂ ਕੋਈ ਵੀ ਕਿਸ ਤਰ੍ਹਾਂ ਦੀ ਲੜਾਈ ਝਗੜੇ ਤੋਂ ਬਚੋ ਤੇ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਹਰੇਕ ਦਾ ਸੁਰੱਖਿਅਤ ਬਣ ਸਕੇ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਫਿਰ ਤੁਹਾਡੇ ਸਾਹਮਣੇ ਫਿਰ ਰੂਬਰੂ ਹੋਵਾਂਗੇ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।